रोजाना आप संगतां गुरु दरबार अंदर जुड़ करके ते अपने अपने घरां दे विच टैलीविजन और मीडिया के माध्यम राहीं इस अस्थान तो सरवण करदियां हो। उन्हां चल रहीआं लड़ीवार गुरबाणी विचारां दे नाल आपां सांझ पाईए। विचारां आरंभण तो पहलां सतगुरु धन गुरु ग्रंथ साहिब जी किरपा करन, अपना मेहर भरिया हथ सिर ते रखण। सतगुरु आप रसना उत्ते वरत के अपनी बाणी अपने शब्द दी विचार करवा लैण और आप सरबत संगत बख्शो असीस। कोई रसना वांझ ही ना रहे। दोवें हाथ जोड़ अपनियां मन बिरतियां एकाग्र करदियां होयां लवाओ गुरु चरना विच हाजरी अदब सहित सरबत संगत मिल करके उचारण करो जी सतनाम श्री वाहिगुरु साहिब जी। एक बार फिर करो रसनावां पवित्र और मिलके आखो जी सतनाम श्री वाहिगुरु साहिब जी। वाहिगुरु साहिब जी। सवैये महल्ले तीजे के एक ओंकार सत गुर प्रसाद। ते नर दुख नह भुख, ते नर निधन नह कहिए। ते नर शोक नह हुए, ते नर से अंत ना लहिए। जिस पावन शब्द का पाठ आप संगत ने बड़े अदब सत्कार दे नाल मानयोग भाई साहब होरां पासों सरवण कीता है, ये पावन बचन भट्ट जालप जी की रसना तो उचारण किए हुए सवैये महले तीजे के सरलेख हेठ गुरु ग्रंथ साहिब पातशाह जी के पावन अंग 1394 के उपर सुभाईमान है। और अज के इन्हां पावन बचनां दे राहीं सतगुरु अमरदास पातशाह जी की जिथे वडियाई भट्ट जी कर रहे ने, उत्थे उन्हां ने नाल उन्हां मनुखां दी बात भी कीती जिन्हां ने अपने जीवन दे अंदर गुरु अमरदास पातशाह जी की प्रसन्नता नूं हासिल कीता, प्रसन्नता नूं प्राप्त कीता। जेड़े जीव गुरु अमरदास पातशाह जी की प्रसन्नता के पात्र बने, सतगुरु जी ने उन्हां दे जीवन विचले जो हालात ने या उन्हां दे जीवन विचले आउण वाले जिहड़े बदलाव ने, जीवन विच उन्हां दीयां जो प्राप्तियां ने, जो उन्हां ने हासिल कीता, भट्ट जालप जी ने उन्हां दा वर्णन कीता। ते सब तो पहला उन्हां जिक्र करदे आखिया कहंदे ते नर दुख नह भुख, ते नर निधन नह कहीए। हुण तीन चीज़ां दा इहदे विच जिक्र कीता उन्हां ने।
ਦੁੱਖ, ਭੁੱਖ ਔਰ ਨਿਤਨਤਾ। ਨਿਤਨ ਮਤਲਬ ਜਿਹਦੇ ਕੋਲ ਧਨ ਨਹੀਂ ਹੈ। ਜਿਹਦੇ ਕੋਲ ਧਨ ਨਹੀਂ ਹੈ ਉਹ ਭੁੱਖਾ ਹੈ, ਤੇ ਜਿਹੜਾ ਭੁੱਖਾ ਹੈ ਉਹ ਦੁਖੀ ਹੈ। ਤਿੰਨੋਂ ਚੀਜ਼ਾਂ ਦਾ ਇੱਕ ਲੈ ਹੈ, ਤਿੰਨੋਂ ਦੀਆਂ ਤਿੰਨੋਂ ਚੀਜ਼ਾਂ ਇੱਕੋ ਰੌ ਵਿੱਚ ਨੇ। ਨਿਤਨ ਬੰਦਾ ਆਪਣੀਆਂ ਲੋੜਾਂ ਪੂਰੀਆਂ ਨਹੀਂ ਜੇ ਕਰ ਸਕਦਾ ਉਹ ਭੁੱਖਾ ਹੈ। ਅੱਜ ਦੇ ਸਮਾਜ ਦੀ ਜੇ ਆਪਾਂ ਗੱਲ ਕਰਾਂਗੇ, ਨਿਤਨ ਬੰਦਾ ਜਿਹਦੇ ਕੋਲ ਧਨ ਨਹੀਂ ਹੈ ਉਹ ਆਪਣੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦਾ, ਤੇ ਉਹ ਕੀ ਹੋਏਗਾ? ਭੁੱਖਾ ਹੋਏਗਾ। ਸੁਭਾਵਿਕ ਜਿਹੀ ਬਾਤ ਹੈ। ਤੇ ਜਿਹੜਾ ਜੀਵ ਭੁੱਖਾ ਹੈ ਉਹ ਕਦੇ ਸੁਖੀ ਨਹੀਂ ਹੋ ਸਕਦਾ, ਉਹ ਹਮੇਸ਼ਾ ਕੀ ਹੋਏਗਾ? ਦੁਖੀ ਹੋਏਗਾ। ਤੇ ਭੱਟ ਜਾਲਪ ਜੀ ਕਹਿੰਦੇ, ਤੇ ਨਰ ਦੁੱਖ ਨਹ ਭੁੱਖ। ਉਹ ਮਨੁੱਖ ਨਾ ਦੁਖੀ ਹੈ ਤੇ ਨਾ ਭੁੱਖਾ ਹੈ। ਤੇ ਨਰ ਨਿਧਨ ਨਹ ਕਹੀਏ, ਤੇ ਨਾ ਹੀ ਉਹਨੂੰ ਨਿਧਨ ਕਿਹਾ ਜਾ ਸਕਦਾ ਹੈ। ਥੋੜਾ ਜਿਹਾ ਇੱਥੇ ਤਵੱਜੋ ਦੇ ਕੇ ਸਮਝਿਓ, ਕਿਉਂਕਿ ਅਸਲ ਦੇ ਅੰਦਰ ਕਿਹਨਾਂ ਦੀ ਬਾਤ ਕੀਤੀ ਜਾ ਰਹੀ ਹੈ। ਉਹ ਨਰ ਕਿਹੜੇ ਨੇ, ਉਹ ਮਨੁੱਖ ਕਿਹੜੇ ਨੇ, ਉਹ ਜੀਵ ਕਿਹੜੇ ਨੇ ਜਿਨ੍ਹਾਂ ਨੂੰ ਦੁੱਖ ਨਹੀਂ, ਜਿਨ੍ਹਾਂ ਨੂੰ ਭੁੱਖ ਨਹੀਂ, ਜਿਨ੍ਹਾਂ ਨੂੰ ਨਿਧਨ ਨਹੀਂ ਆਖਿਆ ਜਾਂਦਾ। ਉਹ ਜਾ ਕੇ ਅਖੀਰ ਵਿੱਚ, ਅਖੀਰਲੀ ਪੰਕਤੀ ਵਿੱਚ ਭੱਟ ਜਾਲਪ ਜੀ ਉਹਦਾ ਪ੍ਰਗਟਾਵਾ ਕਰਦੇ ਵੀ ਉਹ ਮਨੁੱਖ ਨੇ। ਪਰ ਸਭ ਤੋਂ ਪਹਿਲਾਂ ਤੇ ਹੁਣ ਜਿਵੇਂ ਉਹਨਾਂ ਪ੍ਰਕਰਨ ਜੋੜਿਆ ਚੱਲਾਂਗੇ ਤੇ ਆਪਾਂ ਉਸੇ ਮੁਤਾਬਕ ਨਾ ਹੁਣ ਖਿਆਲ ਰੱਖਿਓ, ਦੁੱਖ ਦਾ ਸੰਬੰਧ ਭੁੱਖ ਨਾਲ ਜੇ। ਜਿਹੜਾ ਭੁੱਖਾ ਇਨਸਾਨ ਹੈ ਉਹ ਦੁਖੀ ਹੋਏਗਾ ਹੀ ਹੋਏਗਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਿਵੇਂ ਆਪਾਂ ਸੌਖੇ ਜਿਹੇ ਤਰੀਕੇ ਨਾਲ ਸਮਝ ਲਈਏ ਕਿ ਜਿਹੜਾ ਜੀਵ ਆਪਣੀ ਜ਼ਿੰਦਗੀ ਦੇ ਅੰਦਰ ਆਪਣੀਆਂ ਜ਼ਰੂਰਤਾਂ ਜਿਹੜੀਆਂ ਉਹਨਾਂ ਨੂੰ ਪੂਰੀਆਂ ਨਹੀਂ ਕਰ ਸਕਿਆ, ਉਹਦੇ ਜੀਵਨ ਦੇ ਅੰਦਰ ਕਿਤੇ ਨਾ ਕਿਤੇ ਉਹ ਦੁੱਖ ਤੇ ਉਹਨੇ ਤਕਲੀਫ ਜਿਹੜੀ ਉਹਨੂੰ ਬਹੁਤ ਮਹਿਸੂਸ ਕੀਤਾ। ਹੁਣ ਜੇ ਆਪਾਂ ਪੇਟ ਕਰਕੇ ਭੁੱਖੇ ਇਨਸਾਨ ਦੀ ਗੱਲ ਕਰਾਂਗੇ ਵੀ ਜਿਹਨੂੰ 2 ਵਕਤ ਦੀ ਰੋਟੀ, 2 ਵਕਤ ਦਾ ਪ੍ਰਸ਼ਾਦਾ ਵੀ ਨਾ ਮਿਲੇ, ਉਹ ਕੀ ਹੈ? ਉਹ ਬੜਾ ਦੁਖੀ ਹੈ। ਉਹ ਕਿਉਂ? ਉਹਨੂੰ ਪ੍ਰਸ਼ਾਦਾ ਨਹੀਂ ਮਿਲ ਰਿਹਾ 2 ਵਕਤ ਦਾ, ਉਹ ਇਸੇ ਕਰਕੇ ਦੁਖੀ ਬਹੁਤ ਹੈ। ਭੁੱਖ ਤੋਂ ਹੀ ਦੁੱਖ ਨੇ ਪੈਦਾ ਹੋਣਾ ਹੈ। ਹੁਣ ਜਿਸ ਬੰਦੇ ਦੇ ਘਰ ਦੇ ਵਿੱਚ 36 ਪ੍ਰਕਾਰ ਦੇ ਭੋਜਨ ਬਣੇ, ਉਹਨੂੰ ਨਹੀਂ ਪਤਾ ਵੀ ਭੁੱਖ ਦਾ ਦੁੱਖ ਕੀ ਹੈ, ਤਕਲੀਫ ਕੀ ਹੈ, ਉਹ ਨਹੀਂ ਜਾਣਦਾ। ਤੇ ਜਿਹਨੂੰ ਪਤਾ ਵੀ ਅੱਜ 4 ਦਿਨ ਹੋ ਗਏ ਮੈਨੂੰ ਭੋਜਨ ਨਹੀਂ ਮਿਲਿਆ, ਸੁੱਕੀ ਰੋਟੀ ਤੱਕ ਵੀ ਮੈਂ ਵੇਖੀ ਨਹੀਂ, ਸੁੱਕਾ ਪ੍ਰਸ਼ਾਦਾ ਵੀ ਨਹੀਂ ਵੇਖਿਆ, ਵੀ ਮੈਨੂੰ ਲੂਣ ਲਾ ਕੇ ਵੀ ਕੋਈ ਦੇ ਦੇ ਮੈਂ ਉਹ ਵੀ ਖਾਣ ਨੂੰ ਤਿਆਰ ਹਾਂ। ਹੁਣ ਉਹਨੂੰ ਪੁੱਛ ਕੇ ਵੇਖੋ ਭਾਈ, ਪ੍ਰਸ਼ਾਦੇ ਦੀ ਕੀਮਤ ਕੀ ਹੈ, ਭੋਜਨ ਦਾ ਮੁੱਲ ਕੀ ਹੈ। ਹੁਣ ਉਹਨੂੰ ਪਤਾ ਵੀ ਮੈਂ ਦੁੱਖ ਆਪਣੇ ਤਨ ਉੱਤੇ ਹੰਢਾ ਰਿਹਾ, ਦੁੱਖ ਤਕਲੀਫ ਮੈਂ ਆਪਣੇ ਤਨ ਤੇ ਹੰਢਾ ਰਿਹਾ। ਉਹ ਇਹ ਨਹੀਂ ਕਹੇਗਾ ਵੀ ਮੈਨੂੰ ਚੋਪੜ ਕੇ ਤੁਸੀਂ ਭੋਜਨ ਦਓਗੇ, ਪ੍ਰਸ਼ਾਦੇ ਦਓਗੇ ਤੇ ਮੈਂ ਤਾਂ ਹੀ ਖਾਣੇ ਨੇ, ਜਾਂ ਸੁੱਕੇ ਪ੍ਰਸ਼ਾਦੇ ਜਿਹਦੇ ਤੇ ਘਿਓ ਨਾ ਲੱਗਾ ਹੋਵੇ, ਮੇਰੇ ਤੇ ਪ੍ਰਸ਼ਾਦੇ ਉਹ ਗਲ ਤੋਂ ਹੇਠਾਂ ਨਹੀਂ ਜਾਂਦੇ। ਉਹ ਮਨੁੱਖ ਇਦਾਂ ਦੀਆਂ ਗੱਲਾਂ ਨਹੀਂ ਕਰੇਗਾ। ਜਿਹਨੂੰ ਪਤਾ ਵੀ ਮੈਨੂੰ ਜੇ ਮੈਂ ਪ੍ਰਸ਼ਾਦਾ ਛਕਣ ਦੇ ਵਾਸਤੇ ਆਖਾਂ ਤੇ ਮੇਰੇ ਅੱਗੇ ਇੱਕ ਨਹੀਂ ਪਤਾ ਨਹੀਂ ਕਿੰਨੀ ਤਰ੍ਹਾਂ ਦੇ ਪ੍ਰਸ਼ਾਦੇ ਤਿਆਰ ਹੋ ਕੇ, ਭੋਜਨ ਤਿਆਰ ਹੋ ਕੇ, 36 ਪ੍ਰਕਾਰ ਦੇ ਭੋਜਨ ਮੇਰੇ ਸਾਹਮਣੇ ਤਿਆਰ ਕਰਕੇ ਰੱਖ ਦੇਣੇ, ਤੇ ਅਗਲਾ ਤੇ ਆਪੇ ਖਾਣ ਲੱਗਿਆ ਕਈ ਤਰ੍ਹਾਂ ਦੀਆਂ ਗੱਲਾਂ ਕਰੇਗਾ ਵੀ ਮੇਰੇ ਤੋਂ ਆਹ ਨਹੀਂ ਖਾਧਾ ਜਾਂਦਾ ਜਾਂ ਮੇਰੇ ਤੋਂ ਆ ਵੀ ਨਹੀਂ ਖਾਧਾ ਜਾਂਦਾ। ਤੇ ਜਿਸ ਬੰਦੇ ਨੂੰ ਪਤਾ ਵੀ ਜੇ ਮੈਂ ਹੁਣ ਇੱਥੇ ਇਨਕਾਰ ਕਰਤਾ ਨਾ ਵੀ ਮੈਂ ਆਹ ਪ੍ਰਸ਼ਾਦਾ ਨਹੀਂ ਛਕਣਾ, ਮੁੜ ਕੇ ਨਹੀਂ ਪਤਾ ਮਿਲਣਾ ਕਿ ਨਹੀਂ ਮਿਲਣਾ, ਉਹ ਨਹੀਂ ਜੇ ਇਨਕਾਰ ਕਰਦਾ। ਉਹਨੂੰ ਪਤਾ ਵੀ ਪਹਿਲੋਂ 4 ਦਿਨ ਹੋ ਗਏ ਮੈਂ ਭੁੱਖ ਸਹਾਰੀ ਹੈ, ਅੱਜ 5ਵਾਂ ਦਿਨ ਆ ਗਿਆ, ਮੈਂ ਭੁੱਖ ਨਹੀਂ ਸਹਾਰ ਸਕਦਾ। ਉਹਨੂੰ ਜਿੱਦਾਂ ਦੀ ਦੇ ਦੋ ਛਕ ਲੈਂਦਾ। ਇੱਕ ਛੋਟਾ ਜਿਹਾ ਪੱਖ ਹੋਰ ਰੱਖਦਾ ਚੱਲਾਂ, ਜਿਹੜੀ ਵਸਤੂ ਸਾਡੇ ਕੋਲ ਨਹੀਂ, ਜਿਸ ਵਸਤੂ ਜਿਸ ਪਦਾਰਥ ਦੀ ਸਾਨੂੰ ਜ਼ਰੂਰਤ ਹੈ ਉਹ ਸਾਡੇ ਕੋਲ ਨਹੀਂ, ਅਸੀਂ ਉਸ ਪਦਾਰਥ ਦੀ ਪ੍ਰਾਪਤੀ ਵਾਸਤੇ ਬੜੇ ਯਤਨ ਕਰ ਰਹੇ ਹਾਂ, ਬੜੇ ਉਦਮ, ਬੜੇ ਉਪਰਾਲੇ ਸਾਡੇ ਵੱਲੋਂ ਕੀਤੇ ਜਾ ਰਹੇ ਵੀ ਸ਼ਾਇਦ ਸਾਨੂੰ ਇਹ ਪਦਾਰਥ ਮਿਲ ਜਾਏ। ਹੁਣ ਉਹ ਪਦਾਰਥ ਹਾਸਲ ਕਰਨ ਲਈ ਅਸੀਂ ਤੇ ਉਦਮ ਵੀ ਕਰ ਲਿਆ, ਉਪਰਾਲਾ ਵੀ ਕਰ ਲਿਆ, ਯਤਨ ਵੀ ਕਰ ਲਏ, ਪਰ ਉਹ ਪਦਾਰਥ ਮਿਲਿਆ ਨਹੀਂ। ਸਾਡੇ ਮਨ ਅੰਦਰ ਉਹ ਭੁੱਖ ਰੜਕਦੀ ਰਹੀ, ਉਹਦੀ ਆਸ ਰੜਕਦੀ ਰਹੀ ਵੀ ਸ਼ਾਇਦ ਮਿਲ ਜਾਏ ਕੁਛ ਨਾ ਕੁਛ। ਤੇ ਇੱਕ ਬੰਦਾ ਉਹ ਹੈ ਜਿਹਦੇ ਕੋਲ ਉਹ ਪਦਾਰਥਾਂ ਦਾ ਢੇਰ ਲੱਗਾ ਪਿਆ,
ਵੀ ਉਹਦੇ ਕੋਲ ਇੱਕ ਨਹੀਂ, ਉਹਦੇ ਕੋਲ ਗਿਣਤੀ ਕੋਈ ਨਹੀਂ, ਕਿੰਨੇ ਕੁ ਪਦਾਰਥ ਲਈ ਫਿਰਦਾ, ਉਸ ਤਰ੍ਹਾਂ ਦੇ ਜਿੱਦਾਂ ਦੇ ਮੈਨੂੰ ਚਾਹੀਦੇ ਨੇ। ਹੁਣ ਜਿਸ ਬੰਦੇ ਦੇ ਕੋਲ ਬਹੁਤ ਜ਼ਿਆਦਾ ਗਿਣਤੀ ਵਿੱਚ, ਬਹੁਤ ਜ਼ਿਆਦਾ ਮਾਤਰਾ ਵਿੱਚ, ਬੜੀ ਵੱਡੀ ਤਾਦਾਦ ਵਿੱਚ ਪਦਾਰਥ ਨੇ, ਉਹਨੂੰ ਪੁੱਛੋ ਹਾਂ ਇਹਨਾਂ ਦਾ ਮੁੱਲ ਕੀ, ਉਹ ਕਹੇਗਾ ਵੀ ਅੱਜ ਵੀ ਕੋਈ ਨਹੀਂ ਤੇ ਕੱਲ ਵੀ ਕੋਈ ਨਹੀਂ, ਮੈਨੂੰ ਕਿਹੜਾ ਚਿੰਤਾ, ਮੇਰੇ ਕੋਲ ਤੇ ਅੰਦਰ ਭਰਿਆ ਪਿਆ ਸਾਰਾ। ਤੇ ਜਿਸ ਬੰਦੇ ਕੋਲ ਇੱਕ ਵੀ ਨਹੀਂ, ਉਹਨੂੰ ਪੁੱਛ ਕੇ ਵੇਖੋ ਵੀ ਸੱਜਣਾ ਤੂੰ ਇਸ ਪਦਾਰਥ ਲਈ ਕੀ ਕਰ ਸਕਦਾ, ਇਹਦੀ ਪ੍ਰਾਪਤੀ ਲਈ ਕੀ ਕਰ ਸਕਦਾ। ਉਹ ਇਹ ਵੀ ਕਹਿ ਦੇਗਾ ਵੀ ਜੇ ਮੈਨੂੰ ਜਾਨ ਦੀ ਬਾਜੀ ਵੀ ਲਾਉਣੀ ਪੈ ਜੇ ਤੇ ਮੈਂ ਉਹ ਵੀ ਲਾ ਜਾਵਾਂਗਾ। ਅਸਲ ਦੇ ਅੰਦਰ ਜਿਹੜੀ ਭੁੱਖ ਹੈ ਨਾ, ਉਸ ਦਾ ਸੰਬੰਧ ਦੁੱਖ ਦੇ ਨਾਲ ਹੈ, ਤੇ ਸਮਝੇਗਾ ਉਹੀ ਜਿਹਨੇ ਆਪਣੇ ਤਨ ਤੇ ਹੰਡਾਇਆ ਹੈ। ਜਿਹਨੇ ਨਹੀਂ ਹੰਡਾਇਆ ਉਹ ਕਦੇ ਸਮਝ ਨਹੀਂ ਸਕਦਾ ਵੀ ਅਸਲ ਵਿੱਚ ਤਕਲੀਫ ਕੀ ਹੈ। ਹੁਣ ਜਿਹੜਾ ਕਦੇ ਭੁੱਖਾ ਰਿਹਾ ਹੀ ਨਹੀਂ, ਜਿਹਦੇ ਸਿਰ ਉੱਤੇ ਹਰ ਵਕਤ ਭੋਜਨ ਲੈ ਕੇ ਖੜੋਤੇ ਨੌਕਰ ਚਾਕਰ ਹਰ ਵਕਤ ਭੋਜਨ ਬਣਾ ਕੇ ਉਹਦੇ ਕੋਲੇ ਖੜੋਤੇ ਰਹਿੰਦੇ ਵੀ ਕਿਹੜਾ ਵੇਲਾ ਹੋਵੇ ਆਖੇ ਮੈਂ ਭੋਜਨ ਛਕਣਾ, ਉਹਨੂੰ ਕੀ ਪਤਾ ਵੀ ਭੁੱਖ ਕੀ ਹੁੰਦੀ ਹੈ। ਤੇ ਹੁਣ ਜਿਹੜਾ ਇਸ ਗੱਲ ਨੂੰ ਜਾਣਦਾ ਵੀ ਮੇਰੇ ਨਾ ਸਿਰ ਤੇ ਕਿਸੇ ਖੜਾਉਣਾ, ਮੇਰੇ ਘਰ 'ਚ ਦੇ ਭੋਜਨ ਬਣਾਉਣ ਵਾਸਤੇ, ਪ੍ਰਸ਼ਾਦਾ ਬਣਾਉਣ ਵਾਸਤੇ ਰਸਤ ਵੀ ਹੈ ਨਹੀਂ, ਜੇ ਮੈਂ ਦਿਹਾੜੀ ਕਰਾਂਗਾ 4 ਟਕੇ ਕਮਾ ਲਾਂਗਾ ਤੇ ਸ਼ਾਮ ਨੂੰ ਭੋਜਨ ਛਕ ਲਾਂਗਾ, ਤੇ ਜੇ ਮੈਂ ਮਿਹਨਤ ਨਾ ਕੀਤੀ, ਦਿਹਾੜੀ ਨਾ ਲਾਈ, ਤੇ ਮੈਨੂੰ ਕਿਸੇ ਨੇ ਭੋਜਨ ਪ੍ਰਸ਼ਾਦਾ ਇੱਕ ਵੀ ਨਹੀਂ ਦੇਣਾ, ਹੋ ਸਕਦਾ ਮੈਨੂੰ ਪਾਣੀ ਦਾ ਗਲਾਸ ਵੀ ਨਸੀਬ ਨਾ ਹੋਏ। ਉਹ ਬੰਦਾ ਤੇ ਜਾਣਦਾ ਨਾ ਵੀ ਅਸਲ ਵਿੱਚ ਕੀਮਤ ਕੀ ਹੈ। ਖੈਰ, ਸਤਿਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਉਹ ਮਨੁੱਖ, ਉਹਨਾਂ ਨੂੰ ਨਾ ਦੁੱਖ ਹੈ ਤੇ ਨਾ ਹੀ ਭੁੱਖ ਹੈ, ਤੇ ਨਾ ਹੀ ਉਹਨਾਂ ਨੂੰ ਨਿਧਨ ਕਿਹਾ ਜਾ ਸਕਦਾ, ਉਹਨਾਂ ਕੋਲ ਧਨ ਵੀ ਬਹੁਤ ਹੈ। ਜੇ ਇੱਥੇ ਆਪਾਂ ਬਾਹਰੀ ਤੌਰ ਉੱਤੇ ਵੀ ਤਿੰਨਾਂ ਚੀਜ਼ਾਂ ਦੀ ਗੱਲ ਕਰ ਲਾਂਗੇ ਨਾ, ਦੁੱਖ ਬਾਹਰੀ ਤੌਰ ਤੇ, ਭੁੱਖ ਬਾਹਰੀ ਤੌਰ ਤੇ, ਧਨ ਵੀ ਬਾਹਰੀ ਤੌਰ ਵਾਲਾ, ਤੇ ਤਾਂ ਵੀ ਕੋਈ ਨਹੀਂ। ਪਰ ਇੱਥੇ ਜਦੋਂ ਬਾਹਰੀ ਤੌਰ ਦੇ ਨਾਲ ਨਾਲ ਸਾਨੂੰ ਅਧਿਆਤਮਿਕ ਪੱਖ ਵੀ ਲੈ ਕੇ ਚੱਲਣਾ ਪਏਗਾ। ਜੀਵ ਕਿੰਨਾ ਦੁਖੀ ਅੱਜ ਦੇ ਸਮੇਂ ਵਿੱਚ, ਹਿਰਦੇ ਕਰਕੇ, ਹਿਰਦੇ ਦੀਆਂ ਕਹਿ ਲੋ ਜਿਹੜੇ ਅੰਦਰਲੇ ਵਲਵਲੇ ਨੇ, ਮਨ ਦੀਆਂ ਜਿਹੜੀਆਂ ਇੱਛਾਵਾਂ ਨੇ, ਮਨ ਦੀਆਂ ਜਿਹੜੀਆਂ ਭਟਕਨਾਵਾਂ ਨੇ, ਮਨ ਦੀ ਜਿਹੜੀ ਬੇਸਬਰੀ ਹੈ, ਉਹਦੇ ਕਰਕੇ ਬੰਦਾ ਕਿੱਡਾ ਦੁਖੀ ਹੈ। ਤੇ ਉਹ ਮਨ ਦੀ ਬੇਸਬਰੀ, ਮਨ ਦੀ ਤ੍ਰਿਸ਼, ਅੰਦਰਲੀਆਂ ਜਿਹੜੀਆਂ ਇੱਛਾਵਾਂ ਨੇ, ਮਨ ਦੀਆਂ ਅੰਦਰਲੀਆਂ ਜਿਹੜੀਆਂ ਲਾਲਸਾਵਾਂ ਨੇ, ਉਹ ਇਸ ਗੱਲ ਦਾ ਸਬੂਤ ਨੇ ਵੀ ਬੰਦਾ ਭੁੱਖਾ ਬੈਠਾ, ਇਹਦੇ ਕੋਲ ਹੈ ਹੀ ਕੁਝ ਨਹੀਂ। ਤੇ ਜਦੋਂ ਰੱਬ ਦੇ ਨਾਮ ਧਨ ਦੀ ਬਾਤ ਆਏਗੀ, ਤੇ ਉਸ ਵਾਲੇ ਪੱਖ ਤੋਂ ਵੇਖਾਂਗੇ ਤੇ ਬੰਦਾ ਉਸ ਪੱਖ ਤੋਂ ਹੈ ਵੀ ਨਿਰਧਨ, ਇਹਦੇ ਕੋਲ ਹੈ ਹੀ ਕੀ। ਜੇ ਇਨਸਾਨ ਦੇ ਕੋਲ ਰੱਬੀ ਯਾਦ ਦਾ, ਰੱਬੀ ਚਿੰਤਨ ਦਾ, ਰੱਬੀ ਨਾਮ ਦਾ ਧਨ ਹੁੰਦਾ, ਤੇ ਖਿਆਲ ਕਰਿਓ ਮਨ ਕਰਕੇ ਰੱਜਿਆ ਵੀ ਹੁੰਦਾ, ਤੇ ਉਹ ਸਕੂਨ ਵਾਲਾ ਵੀ, ਸੁੱਖ ਵਿੱਚ ਵੀ ਹੁੰਦਾ। ਪਰ ਨਾ ਰੱਬੀ ਯਾਦ ਦਾ ਧਨ ਹੈ, ਜਿਸ ਕਰਕੇ ਭੁੱਖਾ ਵੀ ਹੈ, ਕਿਉਂਕਿ ਤ੍ਰਿਸ਼ਨਾ ਅਜੇ ਤੱਕ ਅੰਦਰ ਬੜੀ ਪ੍ਰਬਲ ਰੂਪ ਵਿੱਚ ਹੈ, ਬੜੀ ਜ਼ਿਆਦਾ ਅੰਦਰ ਤ੍ਰਿਸ਼ਨਾ ਨੇ ਆਪਣੀ ਜਿਹੜੀ ਤਰਥੱਲੀ ਹੈ ਉਹ ਪਾਈ ਹੋਈ ਹੈ। ਤੇ ਜਿਸ ਕਰਕੇ ਇਨਸਾਨ ਮਨ ਦੀਆਂ ਭਟਕਣਾਵਾਂ ਕਰਕੇ, ਮਨ ਦੇ ਦੌੜ ਭੱਜ ਕਰਕੇ, ਇਨਸਾਨ ਮਨ ਦੀ ਅਸਥਿਰਤਾ ਕਰਕੇ ਅੱਜ ਦੁਖੀ ਬੈਠਾ ਹੈ। ਤੇ ਜੇ ਆਪਾਂ ਕਹਿ ਲਈਏ ਨਾ ਬੰਦੇ ਦੀ ਜ਼ਿੰਦਗੀ 'ਚ ਦੁੱਖਾਂ ਦਾ ਸਭ ਤੋਂ ਵੱਡਾ ਕਾਰਨ ਇਹੋ ਹੈ, ਤੇ ਇਹਦੇ 'ਚ ਕੋਈ ਅਤਕਥਨੀ ਨਹੀਂ ਹੈ। ਜਿਨ੍ਹਾਂ ਦਾ ਮਨ ਟਿਕਾ ਵਿੱਚ ਆ ਗਿਆ ਨਾ, ਉਹ ਬੜੇ ਸਕੂਨ ਵਿੱਚ, ਬੜੀ ਖੁਸ਼ੀ ਭਰੀ ਤੇ ਬੜੀ ਸੁੱਖ ਭਰੀ ਜ਼ਿੰਦਗੀ ਗੁਜ਼ਾਰ ਰਹੇ। ਤੇ ਜਿਨ੍ਹਾਂ ਦਾ ਮਨ ਬੇਸਬਰਾ ਹੋ ਕੇ ਹਰ ਵਕਤ ਦੌੜਿਆ ਫਿਰਦਾ, ਭੱਜਿਆ ਫਿਰਦਾ, ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ, ਜਿਹਦੇ ਕੋਲ ਸਥਿਰਤਾ ਹੀ ਨਹੀਂ, ਉਹ ਬੜਾ ਦੁਖੀ ਹੈ, ਉਹਦਾ ਜੀਵਨ ਬੜਾ ਦੁੱਖ ਨਾਲ ਭਰਿਆ। ਗੱਲ ਤੇ ਮਨ ਦੀ ਸਥਿਰਤਾ ਦੀ ਹੈ ਨਾ। ਜਿਨ੍ਹਾਂ ਨੇ ਮਨ ਟਿਕਾ ਲਿਆ ਉਹ ਬੜੇ ਸਕੂਨ ਵਿੱਚ ਨੇ। ਪਰ ਮਨ ਟਿਕਾਉਣਾ ਜਿਹੜਾ ਉਹ ਖੇਡ ਵੀ ਬੜੀ ਕਠਿਨ ਹੈ। ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਬੜਾ ਸੌਖਾ ਜਿਹਾ ਕੰਮ ਹੈ, ਮੈਂ ਕਹਾਂ ਮੇਰਾ ਮਨ ਟਿਕ ਜੇ ਤੇ ਮਨ ਟਿਕ ਜਾਏਗਾ, ਇਦਾਂ ਤੇ ਟਿਕਣਾ ਕੋਈ ਨਹੀਂ। ਵੇਖੋ ਨਾ ਸਾਡੇ ਮਨਾਂ ਦੀ ਹਾਲਤ ਕਿੱਡੀ ਜ਼ਿਆਦਾ ਤਰਸਯੋਗ ਬਣ ਚੁੱਕੀ, ਕਿੱਡਾ ਗੰਦਲਾ ਹੋ ਚੁੱਕਾ ਸਾਡਾ ਮਨ, ਵੀ ਜੇ ਅਸੀਂ ਰੱਬੀ ਬਾਣੀ ਵੀ ਪੜਨ ਲੱਗਦੇ ਆਂ, ਰੱਬੀ ਯਾਦ ਵਿੱਚ ਵੀ ਜੁੜਨ ਲੱਗਦੇ ਆਂ, ਰੱਬੀ ਚਿੰਤਨ ਵਿੱਚ ਵੀ ਬੈਠਦੇ ਆਂ, ਫਿਰ ਭੱਜਿਆ ਫਿਰਦਾ ਹੈ।
ਤੁਸੀਂ ਸੋਚ ਕੇ ਵੇਖੋ, ਇਸ ਤਰ੍ਹਾਂ ਦੇ ਮਨ ਨੂੰ ਕਾਬੂ ਕਰਨਾ ਕਿਤੇ ਖੇਡ ਪਈ ਹੈ। ਜਿਹੜਾ ਰੱਬੀ ਪਿਆਰ ਜਿੱਥੋਂ ਪੈਦਾ ਹੋਣਾ, ਜਿੱਥੋਂ ਰੱਬ ਨਾਲ ਸੁਰਤ ਜੁੜਨੀ, ਰੱਬ ਨਾਲ ਪ੍ਰੇਮ ਜੁੜਨਾ, ਉੱਥੇ ਤੇ ਮਨ ਨੂੰ ਚਾਹੀਦਾ ਹੀ ਸਕੂਨ ਨਾਲ ਬਹਿ ਜਾਂਦਾ, ਮਨ ਟਿਕ ਕੇ ਬਹਿ ਜਾਂਦਾ, ਮਨ ਸਬਰ ਨਾਲ ਸਥਿਰਤਾ ਹਾਸਲ ਕਰ ਲੈਂਦਾ। ਪਰ ਮਨ ਇੰਨਾ ਕੁ ਗੰਦਲਾ ਹੋ ਚੁੱਕਾ, ਇੰਨਾ ਕੁ ਮੈਲਾ ਹੋ ਚੁੱਕਾ ਹੈ, ਉੱਥੇ ਆ ਕੇ ਮਨ ਦੀ ਸਗੋਂ ਗਤੀ ਹੋਰ ਤੇਜ਼ ਹੋ ਜਾਂਦੀ ਹੈ, ਮਨ ਹੋਰ ਦੌੜਨ ਲੱਗ ਜਾਂਦਾ ਹੈ। ਔਰ ਇਸ ਗੱਲ ਨੂੰ ਕਦੇ ਅਨੁਭਵ ਕਰਕੇ ਵੇਖਿਓ ਆਪਣੇ ਜੀਵਨ ਦੇ ਵਿੱਚ, ਜਦੋਂ ਅਸੀਂ ਸੰਸਾਰਿਕ ਕਾਰ ਵਿਹਾਰ ਕਰਦੇ ਹਾਂ ਨਾ, ਮਨ ਸਾਡੇ ਦੀ ਗਤੀ ਘੱਟ ਹੈ, ਘੱਟ ਭਟਕਦਾ ਹੈ। ਉਦੋਂ ਮਨ ਦੌੜਦਾ ਨਹੀਂ। ਉਦੋਂ ਜ਼ਿਆਦਾਤਰ ਅਸੀਂ ਜਿਹੜਾ ਕਾਰਜ ਕਰ ਰਹੇ ਹੁੰਨੇ ਆ ਨਾ, ਉਹਦੇ ਵਿੱਚ ਹੀ ਮਨ ਲੱਗਾ ਹੁੰਦਾ ਵੀ ਮੈਂ ਇਹਨੂੰ ਕਰ ਲਾਂ ਚੰਗੇ ਤਰੀਕੇ ਨਾਲ, ਸੰਸਾਰਿਕ ਤੌਰ ਤੇ। ਪਰ ਜਦੋਂ ਰੱਬੀ ਯਾਦ ਵਿੱਚ ਜੁੜ ਕੇ ਬੈਠਣ ਦੀ ਬਾਤ ਆਉਂਦੀ ਹੈ, ਉਦੋਂ ਮਨ ਕਹਿੰਦਾ ਵੀ ਹੁਣ ਨਹੀਂ ਮੇਰੇ ਕੋਲ ਇੱਕ ਜਗ੍ਹਾ ਤੇ ਟਿਕਣ ਜੋਗਾ ਸਮਾਂ। ਉਦੋਂ ਮਨ ਸਗੋਂ ਉਹਦੀ ਗਤੀ ਵੱਧ ਜਾਂਦੀ ਹੈ, ਹੋਰ ਤੇਜ਼ ਹੋ ਜਾਂਦਾ। ਤੇ ਇਹ ਮੈਲੇ ਮਨ ਦੀ ਨਿਸ਼ਾਨੀ ਹੈ ਕਿ ਕਿੱਡਾ ਗੰਦਲਾ ਚੁੱਕੀ ਫਿਰਦੇ ਹਾਂ ਅਸੀਂ ਮਨ। ਤੇ ਉਹ ਮਨ ਹੀ ਹੈ ਜਿਹੜਾ ਬੁਰੇ ਕੰਮ ਕੋ ਊਠ ਖਲੋਆ ਨਾਮ ਕੀ ਵੇਲਾ ਪੈ ਪੈ ਸੋਆ, ਮਨ ਹੀ ਹੈ ਨਾ। ਹੁਣ ਬੁਰੇ ਕੰਮ ਨੂੰ ਤੇ ਐ ਬੜਾ ਚੇਤਨ ਹੋ ਕੇ ਕਰਦਾ, ਮਤਲਬ ਸੰਸਾਰਿਕ ਕਾਰ ਵਿਹਾਰ ਕਰਦਾ ਹੋਇਆ ਜਾਂ ਸੰਸਾਰਿਕ ਝਮੇਲਿਆਂ ਵਿੱਚ ਫਸਿਆ ਮਨ ਤੇ ਬੜਾ ਚੇਤਨ ਹੈ, ਬੜਾ ਸੁਚੇਤ ਹੋ ਕੇ ਕਰ ਰਿਹਾ ਵੀ ਕਿਤੇ ਕਾਰਜ ਵਿਗੜ ਨਾ ਜਾਏ। ਤੇ ਜਦੋਂ ਰੱਬ ਦੇ ਚਿੰਤਨ ਦੀ ਬਾਤ ਆਉਂਦੀ ਉਦੋਂ ਸੌਂ ਹੀ ਜਾਂਦਾ। ਉਦੋਂ ਸੁਚੇਤਤਾ ਕਿੱਥੇ ਜਾਂਦੀ ਹੈ? ਉਦੋਂ ਜਿਹੜੀ ਚੇਤਨਤਾ ਹੈ ਉਹ ਕਿੱਥੇ ਜਾਂਦੀ ਹੈ? ਉਦੋਂ ਤੇ ਮਨ ਬੇਸਬਰਾ ਹੋ ਕੇ ਭੱਜਿਆ ਹੀ ਫਿਰਦਾ, ਮੈਂ ਆ ਵੀ ਹਾਸਲ ਕਰ ਲਾਂ। ਫਿਰ ਉਹ ਕੁਛ ਅੰਦਰ ਪੈਦਾ ਹੁੰਦਾ, ਉਹ ਵਿਚਾਰਾਂ ਅੰਦਰ ਉਪਜਦੀਆਂ ਨੇ ਜਿਹੜੀਆਂ ਵਿਚਾਰਾਂ ਅਸੀਂ ਕਦੇ ਸੋਚ ਵੀ ਨਹੀਂ ਸਕਦੇ, ਖਿਆਲਾਂ ਵਿੱਚ ਵੀ ਨਹੀਂ ਲਿਆ ਸਕਦੇ ਵੀ ਇਦਾਂ ਦੀਆਂ ਵਿਚਾਰਾਂ ਵੀ ਆ ਸਕਦੀਆਂ ਨੇ। ਔਰ ਉਹ ਵੀ ਉਦੋਂ ਜਦੋਂ ਅਸੀਂ ਰੱਬੀ ਚਿੰਤਨ ਵਿੱਚ ਜੁੜ ਕੇ ਬੈਠੇ ਹਾਂ। ਤੇ ਗੁਰੂ ਸਾਹਿਬ ਜੀ ਦੀ ਵਡਿਆਈ ਕਰਦੇ ਆ। ਅੱਜ ਭੱਟ ਜਲਪ ਜੀ ਕਹਿੰਦੇ, ਉਹ ਮਨੁੱਖ ਨਾ ਦੁਖੀ ਨੇ, ਨਾ ਉਹਨਾਂ ਨੂੰ ਭੁੱਖ ਹੈ ਤੇ ਨਾ ਹੀ ਉਹ ਨਿਧੰਨ ਨੇ, ਕਿਉਂਕਿ ਉਹਨਾਂ ਦੇ ਕੋਲ ਧਨ ਹੈ ਰੱਬੀ ਯਾਦ ਦਾ, ਰੱਬੀ ਚਿੰਤਨ ਦਾ ਧਨ ਉਹਨਾਂ ਦੇ ਪਾਸ ਹੈ। ਨਾ ਹੀ ਉਹਨਾਂ ਨੂੰ ਜਿਸ ਕਰਕੇ ਭੁੱਖ ਲੱਗੀ ਤੇ ਨਾ ਹੀ ਉਹ ਦੁਖੀ ਹੋਏ, ਕਿਉਂਕਿ ਰੱਬੀ ਧਨ ਨੇ, ਰੱਬੀ ਯਾਦ ਨੇ ਮਨ ਨੂੰ ਟਿਕਾਤਾ, ਮਨ ਨੂੰ ਸਬਰ ਦੇਤਾ। ਮਨ ਨੂੰ ਸਬਰ ਆਇਆ, ਮਨ ਦੀ ਭਟਕਣਾ ਮੁੱਕ ਗਈ। ਜਿੱਦਣ ਮਨ ਦੀ ਦੌੜ ਭੱਜ ਮੁੱਕੀ, ਉਸ ਦਿਨ ਮਨ ਨੂੰ ਸਕੂਨ ਹੀ ਸਕੂਨ, ਜ਼ਿੰਦਗੀ ਸੁੱਖਾਂ ਨਾਲ ਭਰ ਗਈ। ਆਹੀ ਕਾਰਨ ਸੀ ਤੱਤੀ ਤਵੀ ਤੇ ਬੈਠੇ ਵੀ ਪ੍ਰਸੰਨਤਾ ਨਾਲ ਭਰੇ ਪਏ ਨੇ। ਆਹੀ ਕਾਰਨ ਹੈ ਆਰੇ ਥੱਲੇ ਖੜੋਤਾ ਵੀ ਚਿਹਰੇ ਤੇ ਮੁਸਕਰਾਹਟ ਹੈ। ਆਹੀ ਕਾਰਨ ਹੈ ਦੇਗ 'ਚ ਉਬਾਲੇ ਖਾਂਦਾ ਵੀ ਆਖਦਾ ਵੀ ਕੋਈ ਗੱਲ ਨਹੀਂ, ਤਾਨੀ ਪੀੜਿਆ ਜਾ ਰਿਹਾ, ਮਨ ਤੇ ਸਬਰ ਵਿੱਚ ਬੈਠਾ ਨਾ। ਆਹੋ ਕਾਰਨ ਜੇ ਰੂਹ ਵਿੱਚ ਅੱਗ ਰੂਹ ਦੇ ਵਿੱਚ ਲਪੇਟ ਕੇ ਅੱਗ ਲਾ ਕੇ ਸਾੜਿਆ ਜਾ ਰਿਹਾ, ਅਗਲਾ ਸਕੂਨ ਵਿੱਚ ਖੜੋਤਾ ਹੈ। ਕਿਤੇ ਤੱਤਾ ਸੇਕ ਵੀ ਲੱਗ ਜਾਏ, ਅਸੀਂ ਤੜਫ ਉੱਠਦੇ ਆ ਤੇ ਅਗਲਾ ਸਾਰੇ ਦਾ ਸਾਰਾ ਜਿਉਂਦਾ ਹੀ ਸਾੜਤਾ, ਚੁੱਪ ਕਰਕੇ ਸੜ ਗਿਆ। ਕਿਉਂਕਿ ਮਨ ਦੀ ਸਥਿਰਤਾ ਹੈ, ਮਨ ਦਾ ਸਬਰ ਹੈ। ਜੰਡ ਨਾਲ ਬੰਨ ਕੇ ਵੀ ਸਾੜਤਾ, ਅਗਲਾ ਫਿਰ ਵੀ ਸਕੂਨ ਨਾਲ ਸੜ ਰਿਹਾ। ਮਨ ਦੀ ਸਥਿਰਤਾ ਨਾ। ਤੇ ਜਿੱਥੇ ਮਨ ਦੀ ਸਥਿਰਤਾ ਨਹੀਂ ਹੈ, ਉੱਥੇ ਤੁਸੀਂ ਇੱਕ ਰਤਾ ਮਾਤਰ ਕਿਤੇ ਥੋੜੀ ਜੀ ਸੂਈ ਵੀ ਝੁਬੋ ਕੇ ਵੇਖ ਲਓ, ਕਿਦਾਂ ਤੜਫ ਉੱਠਦਾ ਇਨਸਾਨ। ਜਿੱਥੇ ਮਨ ਦੀ ਸਥਿਰਤਾ ਤੇ ਕਾਇਆ ਦਾ ਮੋਹ ਛੱਡ ਦਿੱਤਾ ਜਾਂਦਾ ਹੈ ਨਾ, ਮਨ ਦੀ ਸਥਿਰਤਾ ਮਿਲ ਜਾਏ ਤੇ ਕਾਇਆ ਦਾ ਮੋਹ ਛੱਡ ਦਿੱਤਾ ਜਾਏ, ਉੱਥੇ ਫਿਰ ਜ਼ਿੰਦਗੀ ਦਾ ਸਬਰ ਜੇ, ਸਕੂਨ ਹੈ। ਨਹੀਂ ਤੇ ਕਿਹੜਾ ਇਨਸਾਨ ਹੈ ਵੀ ਜਿਹਦੇ ਸਾਹਮਣੇ ਉਹਦੇ ਬੱਚੇ ਨੂੰ ਰਤਾ ਮਾਤਰ ਤਕਲੀਫ ਹੋਵੇ ਤੇ ਉਹ ਨਾ ਤੜਫੇ। ਉਹ ਵੀ 2-3 ਸਾਲਾਂ ਦੀ ਉਮਰ ਦਾ ਬਾਲਕ ਹੋਵੇ, 2-3 ਸਾਲਾਂ ਦੀ ਉਮਰ ਦਾ ਬੱਚਾ ਹੋਵੇ ਤੇ ਉਹਨੂੰ ਰਤਾ ਕ ਮਾਤਰ ਤਕਲੀਫ ਹੋਵੇ ਤੇ ਇਨਸਾਨ ਤੜਫ ਜਾਂਦਾ ਵੀ ਕਿਤੇ ਮੇਰੀ ਔਲਾਦ ਨੂੰ ਕੁਛ ਨਾ ਹੋ ਜੇ। ਤੇ ਕਿੱਡੇ ਕੁ ਸਬਰ ਵਾਲੇ ਹੋਣਗੇ ਉਹ, ਜਿਨ੍ਹਾਂ ਦੇ ਮਨ ਕੋਲ ਇੰਨੀ ਸਥਿਰਤਾ, 6-6 ਮਹੀਨਿਆਂ ਦੇ ਬੱਚੇ ਵੀ ਨੇਜਿਆਂ 'ਚ ਪਰਾਉਂਦੇ, ਆਪਣੀਆਂ ਅੱਖਾਂ ਨਾਲ ਵੇਖ ਲਏ ਵੀ ਕੋਈ ਗੱਲ ਨਹੀਂ। ਅਮੀਰ ਮੰਨੂ ਜਦੋਂ ਭੈਣਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਦਾ ਹੈ ਤੇ ਉਹਨਾਂ ਦੇ 6-6 ਮਹੀਨੇ ਦੇ ਬੱਚਿਆਂ ਨਾਲ, 2-2 ਮਹੀਨੇ ਦੇ ਬੱਚਿਆਂ ਨਾਲ ਕੀ ਕਰਦਾ ਹੈ? ਉਹ ਆਹੀ ਕੁਝ ਕੀਤਾ ਉਹਨੇ। ਉਛਾਲ ਕੇ ਆਸਮਾਨ ਦੇ ਵਿੱਚ ਤੇ ਹੇਠਾਂ ਨੇਜੇ ਖੜੇ ਕਰ ਦਿੰਦਾ। ਉਹ ਹੇਠਾਂ ਡਿੱਗਦੇ ਤੇ ਸੀਨਾ ਵਿੰਨ ਕੇ ਨੇਜਾ ਬਾਹਰ ਨਿਕਲ ਜਾਂਦਾ, ਬੱਚਾ ਪਰੋਇਆ ਜਾਂਦਾ। ਮਾਂ ਉਦੋਂ ਹੱਥ ਜੋੜ ਕੇ ਗੁਰੂ ਸਾਹਿਬ ਦੇ ਅੱਗੇ ਤੇ ਸਤਿਗੁਰੂ ਜੀ ਨੂੰ ਆਖਦੀ ਵੀ ਮਾਲਕਾ ਤੁਸੀਂ ਮੇਰੇ ਤੇ ਕਿਰਪਾ ਕੀਤੀ ਤੇ ਮੇਰਾ ਬੱਚਾ ਵੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ ਕੇ ਗਿਆ।
ਕਿੱਡਾ ਸਬਰ ਹੋਏਗਾ ਨਾ ਉਹਨਾਂ ਮਾਵਾਂ ਦੇ ਹਿਰਦਿਆਂ ਵਿੱਚ, ਤੇ ਕਿੰਨੀ ਸਥਿਰਤਾ, ਮਨ ਕਿੰਨਾ ਸਥਿਰ ਹੋਏਗਾ ਵੀ ਸਾਰਾ ਦਿਨ ਹੱਡ ਭੰਨੇ, ਪਹਿਲੋਂ ਤੇ ਸਾਰਾ ਦਿਨ ਚੱਕੀ ਚਲਾਈ, ਫਿਰ ਆਪਣੇ ਅੱਖਾਂ ਦੇ ਨਾਲ ਆਪਣੇ ਬੱਚੇ ਨੂੰ ਮਰਦਿਆਂ ਵੇਖਿਆ, ਟੋਟੇ ਕਰਾ ਕੇ ਗਲਾਂ ਵਿੱਚ ਵੀ ਪਵਾ ਲਏ, ਤੇ ਸ਼ਾਮ ਨੂੰ ਸੋਦਰ ਦੀ ਬਾਣੀ ਪੜ੍ਹ ਕੇ ਜਦੋਂ ਅਰਦਾਸ ਕਰਦੀ ਤੇ ਮਾਂ ਕਿੱਡਾ ਜਿਗਰਾ ਕਰਕੇ ਆਖਦੀ ਹੋਏਗੀ ਵੀ ਸਤਿਗੁਰੂ ਤੇਰੇ ਭਾਣੇ ਵਿੱਚ ਦਿਨ ਸੁੱਖਾਂ ਨਾਲ ਲੰਘਿਆ, ਰਾਤ ਆਈ ਤੇ ਸੁੱਖਾਂ ਨਾਲ ਬਤੀਤ ਹੋਵੇ। ਕਿੱਡੀ ਜ਼ਿਆਦਾ ਸਥਿਰਤਾ ਹੋਏਗੀ ਮਨ ਦੀ। ਅਸੀਂ ਤੇ ਕਿੱਡੇ ਬੇਸਬਰੇ ਹੋ ਚੁੱਕੇ, ਅੱਜ ਸਾਡਾ ਮਨ ਕਿੱਡਾ ਬੇਸਬਰਾ ਹੋ ਚੁੱਕਾ। ਹਰ ਚੀਜ਼ ਸਾਡੇ ਕੋਲ ਹੈ। ਜੇ ਆਪਾਂ ਸੰਸਾਰਿਕ ਲੋੜਾਂ ਦੀ ਵੀ ਗੱਲ ਕਰਾਂਗੇ ਨਾ, ਤੇ ਅੱਜ ਹਰ ਸੰਸਾਰਿਕ ਲੋੜ ਪੂਰੀ ਕਰਨ ਵਾਸਤੇ ਸਾਡੇ ਕੋਲ ਸਭ ਕੁਝ ਰੱਬ ਨੇ ਦਿੱਤਾ, ਅਕਾਲ ਪੁਰਖ ਦਾ ਦਿੱਤਾ ਸਭ ਕੁਝ ਹੈ। ਪਰ ਉਹ ਸਾਰਾ ਕੁਝ ਦਿੱਤੇ ਦੇ ਬਾਵਜੂਦ ਵੀ ਸਾਡਾ ਮਨ ਕਿੱਡਾ ਬੇਸਬਰਾ ਹੋ ਕੇ ਦੌੜਿਆ ਫਿਰਦਾ, ਅਸੀਂ ਹੋਰ ਹਾਸਲ ਕਰ ਲਈਏ। ਮਨ ਭੱਜਿਆ ਹੀ ਫਿਰਦਾ ਹੈ। ਮਨ ਕੀ ਸਥਿਰਤਾ ਹਾਸਲ ਕਰ ਗਿਆ? ਜਿੰਨੇ ਮਨ ਸਥਿਰ ਕਰ ਲਿਆ ਨਾ, ਉਹ ਭਾਵੇਂ ਕੰਗਾਲ ਹੀ ਕਿਉਂ ਨਾ ਹੋਵੇ, ਉਹ ਬਾਦਸ਼ਾਹ ਜੇ, ਬੜਾ ਵੱਡਾ ਬਾਦਸ਼ਾਹ ਜੇ, ਜਿੰਨੇ ਆਪਣਾ ਮਨ ਕਾਬੂ 'ਚ ਕਰ ਲਿਆ। ਤੇ ਜੇ ਬੰਦਾ ਰਾਜ ਗੱਦੀ ਤੇ ਬੈਠਾ, ਬਾਦਸ਼ਾਹ ਬਣ ਕੇ ਬੈਠਾ, ਰਾਜ ਕਰ ਰਿਹਾ, ਦੁਨੀਆ ਰਾਜਾ ਕਹਿ ਰਹੀ ਹੈ ਨਾ, ਤੇ ਚੇਤੇ ਰੱਖਿਓ ਜੇ ਅਗਲੇ ਦਾ ਮਨ ਕਾਬੂ 'ਚ ਨਹੀਂ, ਉਹਦੇ ਵਰਗਾ ਕੰਗਾਲ ਵੀ ਕੋਈ ਨਹੀਂ ਜੇ। ਉਹ ਤਖਤ ਤੇ ਬੈਠਾ ਵੀ ਕੰਗਾਲਾਂ ਵਾਲੀਆਂ ਗੱਲਾਂ ਕਰੇਗਾ, ਤੇ ਜਿਹੜਾ ਮਨ ਕਾਬੂ ਵਿੱਚ ਕਰਕੇ ਬਹਿ ਗਿਆ, ਉਹਨੂੰ ਪਤਾ ਰੱਬ ਦੇ ਭਰੋਸੇ ਤੇ ਬੈਠਾ, ਅਕਾਲ ਪੁਰਖ ਨੇ ਜੀਵਨ ਦਿੱਤਾ ਹੈ, ਅਕਾਲ ਪੁਰਖ ਜੀਵਨ ਦੀਆਂ ਲੋੜਾਂ ਵੀ ਪੂਰੀਆਂ ਕਰੇਗਾ, ਉਹ ਮਸ਼ੱਕਤ ਕਰਨ ਦੀ, ਮਿਹਨਤ ਕਰਨ ਦਾ ਬਲ ਵੀ ਜ਼ਰੂਰ ਦੇਗਾ। ਤੇ ਜਿਹੜਾ ਅਕਾਲ ਪੁਰਖ ਦੇ ਭਰੋਸੇ ਤੇ ਬੈਠਾ, ਉਹ ਬਾਦਸ਼ਾਹ ਜੇ, ਉਹਦੇ ਵਰਗਾ ਰਾਜਾ ਕਿਹੜਾ ਹੋ ਸਕਦਾ? ਆਮ ਕਰਕੇ ਆਪਾਂ ਜਦੋਂ ਕਹਾਣੀਆਂ ਪੜ੍ਹਦੇ ਆ ਜਾਂ ਬੱਚਿਆਂ ਨੂੰ ਪੜ੍ਹਾਈਆਂ ਜਾਂਦੀਆਂ ਨੇ, ਜਾਂ ਕਿਸੇ ਸਾਧੂ ਦੇ ਫਕੀਰ ਦੀ ਜੀਵਨੀ ਨੂੰ ਪੜ੍ਹਦੇ ਆ, ਤੇ ਅਕਸਰ ਰਾਜਿਆਂ ਨਾਲ ਜਦੋਂ ਉਹਨਾਂ ਦੀ ਵਿਚਾਰ ਹੁੰਦੀ, ਤੇ ਇਹਨਾਂ ਗੱਲਾਂ ਤੇ ਵਿਚਾਰ ਹੁੰਦੀ ਵੀ ਤੂੰ ਬਾਦਸ਼ਾਹ ਹੋਏਗਾ ਆਪਣੀ ਰਾਜਗੱਦੀ ਤੇ ਬੈਠਾ, ਪਰ ਮੈਂ ਉਹਦੇ ਨਾਲ ਜੁੜਿਆ ਜਿਹਨੇ ਤੈਨੂੰ ਵੀ ਬਾਦਸ਼ਾਹ ਬਣਾਇਆ, ਤੇ ਮੈਂ ਤੇਰੇ ਕੋਲੋਂ ਕਿਉਂ ਮੰਗਾ? ਜੇ ਤੂੰ ਰਾਜਾ ਹੈ, ਬਾਦਸ਼ਾਹ ਹੈ, ਤੈਨੂੰ ਰਾਜ ਭਾਗ ਕਿਸੇ ਨੇ ਦਿੱਤਾ, ਤੈਨੂੰ ਲੋੜ ਹੁੰਦੀ ਹੈ ਕਿਸੇ ਵਸਤੂ ਦੀ, ਤੂੰ ਉਸ ਅਕਾਲ ਪੁਰਖ ਰੱਬ ਦੇ ਅੱਗੇ ਹੱਥ ਅੱਡ ਕੇ ਮੰਗਦਾ ਵੀ ਮੇਰਾ ਰਾਜ ਭਾਗ ਸੁਰੱਖਿਅਤ ਰਹੇ, ਤੇ ਰਾਜਨ ਮੈਂ ਤੇਰੇ ਕੋਲੋਂ ਕਿਉਂ ਮੰਗਾ? ਜਿਹੜਾ ਤੈਨੂੰ ਰਾਜ ਦੇ ਸਕਦਾ, ਕਿ ਉਹ ਮੈਨੂੰ 2 ਵਕਤ ਦਾ ਭੋਜਨ ਨਹੀਂ ਦੇ ਸਕਦਾ, ਮੈਂ ਉਹਦੇ ਕੋਲੋਂ ਮੰਗਾਂਗਾ ਜਿਹੜਾ ਤੈਨੂੰ ਰਾਜ ਭਾਗ ਦੇਣ ਵਾਲਾ। ਅਸਲ ਦੇ ਅੰਦਰ ਜਦੋਂ ਮਨ ਸਬਰ ਵਿੱਚ ਆ ਜਾਂਦਾ ਹੈ ਨਾ, ਸੰਤੋਖ ਵਿੱਚ ਆ ਜਾਂਦਾ, ਉਦੋਂ ਦੁੱਖ ਔਰ ਭੁੱਖ ਜਿਹੜੀ ਨਾ, ਉਹ ਜੀਵਨ ਚੋਂ ਮੁੱਕ ਜਾਂਦੇ ਨੇ, ਤੇ ਉਦੋਂ ਜੀਵ ਬੜਾ ਵੱਡਾ ਬਾਦਸ਼ਾਹ ਬਣ ਜਾਂਦਾ। ਉਹ ਕਦੇ ਨਿਧਨ ਨਹੀਂ ਰਹਿ ਜਾਂਦਾ ਜਿਨਨੇ ਆਪਣੇ ਜੀਵਨ ਦੇ ਅੰਦਰ ਆਪਣੇ ਮਨ ਨੂੰ ਕਾਬੂ ਵਿੱਚ ਕਰ ਲਿਆ। ਤੇ ਨਰ ਸੋਕ ਨਾ ਹੋਵੇ, ਤੇ ਨਰ ਸੇ ਅੰਤ ਨਾ ਲਹੀਐ। ਔਰ ਸਤਿਗੁਰੂ ਜੀ ਕਹਿੰਦੇ, ਭੱਟ ਜਲਪ ਜੀ ਕਹਿੰਦੇ, ਤੇ ਨਰ ਸੋਕ ਨਾ ਹੋਵੇ, ਉਹ ਫਿਰ ਬੰਦਾ ਨਾ ਸੋਕ ਨਹੀਂ ਹੁੰਦਾ, ਸ਼ੋਕ ਵਿੱਚ ਨਹੀਂ ਹੁੰਦਾ ਉਹ। ਤੇ ਨਰ ਸੇ ਅੰਤ ਨਾ ਲਹੀ ਹੈ, ਤੇ ਨਾ ਹੀ ਉਹਨਾਂ ਦੇ ਬਾਰੇ ਵਿੱਚ ਕੁਝ ਆਖਿਆ ਜਾ ਸਕਦਾ ਹੈ। ਜਿਹੜਾ ਰੱਬੀ ਪਿਆਰ ਵਿੱਚ ਜੀਵ ਜੁੜ ਗਿਆ ਨਾ, ਮੈਂ ਪਹਿਲਾਂ ਜ਼ਿਕਰ ਕੀਤਾ ਕਿੰਨਾ ਮਨੁੱਖਾਂ ਦੀ ਗੱਲ ਕਰ ਰਹੇ, ਭੱਟ ਜਲਪ ਜੀ ਨੇ ਅਖੀਰ ਵਿੱਚ ਜਾ ਕੇ ਦੱਸਣਾ ਵੀ ਇਹਨਾਂ ਮਨੁੱਖਾਂ ਦੇ ਜੀਵਨ ਵਿੱਚ ਕਦੇ ਦੁੱਖ ਨਹੀਂ, ਕਦੇ ਭੁੱਖ ਨਹੀਂ, ਕਦੇ ਗਰੀਬੀ ਨਹੀਂ, ਕਦੇ ਸ਼ੋਕ ਨਹੀਂ, ਤੇ ਨਾ ਹੀ ਉਹਨਾਂ ਦੇ ਬਾਰੇ ਵਿੱਚ ਅਸੀਂ ਕੁਝ ਬਿਆਨ ਕਰ ਸਕਦੇ ਹਾਂ। ਕਿੰਨਾ ਮਨੁੱਖਾਂ ਦੇ ਬਾਰੇ ਵਿੱਚ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ, ਆਪਣੀ ਜ਼ਿੰਦਗੀ ਦੇ ਅੰਦਰ ਆਪਣਾ ਮਨ ਕਾਬੂ ਵਿੱਚ ਕਰ ਲਿਆ, ਮਨ ਕਾਬੂ ਵਿੱਚ ਕਰਦਿਆਂ ਹੋਇਆਂ ਰੱਬੀ ਯਾਦ ਦਾ ਧਨ ਜਿਨ੍ਹਾਂ ਇਕੱਤਰ ਕਰ ਲਿਆ, ਉਹਨਾਂ ਦੇ ਬਾਰੇ ਵਿੱਚ, ਜਾਂ ਇਉਂ ਕਹਿ ਲਈਏ ਜਿਹੜੇ ਜੀਵ ਰੱਬ ਦੇ ਭਗਤ ਬਣ ਗਏ, ਰੱਬ ਦੇ ਪਿਆਰੇ ਬਣ ਗਏ, ਗੁਰੂ ਦੇ ਪਿਆਰੇ ਬਣ ਗਏ, ਅਸੀਂ ਉਹਨਾਂ ਦੇ ਬਾਰੇ ਵਿੱਚ ਕੁਝ ਨਹੀਂ ਜੇ ਆਖ ਸਕਦੇ, ਉਹਨਾਂ ਦੀ ਅਵਸਥਾ ਬਾਰੇ ਕੁਝ ਨਹੀਂ ਜੇ ਦੱਸਿਆ ਜਾ ਸਕਦਾ, ਜਿਨ੍ਹਾਂ ਜੀਵਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਆਪਣਾ ਪ੍ਰੇਮ ਬਣਾ ਲਿਆ। ਕਦੇ ਬੈਠ ਕੇ ਸੋਚੋ, ਗੁਰਬਾਣੀ ਆਪਾਂ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ 6 ਗੁਰੂ ਸਾਹਿਬਾਨਾਂ ਦੀ ਬਾਣੀ ਹੈ। ਉਸ ਬਾਣੀ ਤੋਂ ਇਲਾਵਾ ਭੱਟ ਸਾਹਿਬਾਨਾਂ ਦੇ ਸੋਈਏ ਆਪਾਂ ਵਿਚਾਰ ਰਹੇ ਹਾਂ, 11 ਭੱਟ, ਤੇ 15 ਭਗਤ ਨੇ।
ਕਿੱਡੀ ਹੈਰਾਨੀ ਦੀ ਗੱਲ ਹੈ, ਬਹੁਤ ਘੱਟ ਗਿਣਤੀ ਹੈ ਵੀ ਆਪਾਂ ਸਮਕਾਲੀ ਕਵਾਂਗੇ ਇੱਕ ਦੂਜੇ ਦੇ, ਬਹੁਤ ਘੱਟ ਗਿਣਤੀ, ਨਹੀਂ ਤੇ ਅਲੱਗ-ਅਲੱਗ ਸਮੇਂ ਵਿੱਚ। ਭਗਤ ਸਾਹਿਬਾਨ ਤੇ ਤਕਰੀਬਨ ਹੀ ਅਲੱਗ ਸਮੇਂ ਵਿੱਚ ਨੇ, ਸਮਕਾਲੀ ਨਹੀਂ। ਤੇ ਭੱਟ ਸਾਹਿਬਾਨ ਸਾਰੇ ਹੀ ਇੱਕ ਸਮਕਾਲੀ ਨੇ, ਉਹ ਗੁਰੂ ਅਰਜਨ ਸਾਹਿਬ ਦੇ ਸਮਕਾਲ ਵਿੱਚ ਹੋਏ। ਪਰ ਸਾਰਿਆਂ ਨੇ ਜਦੋਂ ਬਾਤ ਕੀਤੀ, ਸਾਰਿਆਂ ਦੀ ਬਾਣੀ ਨੂੰ ਪੜਿਆ, ਆਪਾਂ ਬਾਣੀ ਵਿਚਾਰੀ ਜਾਂ ਬਾਣੀ ਨੂੰ ਸਮਝਣ ਦਾ ਯਤਨ ਕੀਤਾ, ਤੇ ਕੀ ਏਦਾਂ ਹੋ ਸਕਦਾ ਵੀ ਇੱਕ ਬੰਦਾ ਜਿਹੜਾ 12ਵੀਂ ਜਾਂ 13ਵੀਂ ਸਦੀ ਵਿੱਚ ਪੈਦਾ ਹੋ ਰਿਹਾ, ਉਹਦੀ ਸੋਚ ਜਾ ਕੇ 15ਵੀਂ ਸਦੀ ਵਾਲੇ ਨਾਲ ਮਿਲਦੀ ਹੋਵੇ? ਗੱਲ ਸੋਚਣ ਵਾਲੀ ਹੈ, ਵਿਚਾਰਨ ਵਾਲੀ ਹੈ। ਜੇ ਅੱਜ ਆਪਾਂ ਹੁਣ 21ਵੀਂ ਸਦੀ ਦੀ ਗੱਲ ਕਰਦੇ ਹਾਂ ਜੀ, 21ਵੀਂ ਸਦੀ ਹੈ, ਤੇ ਜੇ ਹੁਣ 21ਵੀਂ ਸਦੀ ਦੇ ਨਾਲ ਅਸੀਂ ਮੇਲ ਖਵਾਈਏ ਵੀ 18ਵੀਂ ਜਾਂ 19ਵੀਂ ਸਦੀ, ਚਲੋ 18ਵੀਂ ਤੇ 19 ਦੀ ਬਾਤ ਛੱਡੋ, 20ਵੀਂ ਸਦੀ ਵਾਲੇ ਦੀ ਵਿਚਾਰ 21ਵੀਂ ਸਦੀ ਵਾਲੇ ਨਾਲ ਮੇਲ ਖਾ ਜਾਏ, ਕੀ ਖਾ ਸਕਦੀ ਹੈ? 20ਵੀਂ ਸਦੀ ਵਾਲੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਅੰਦਰ 20ਵੀਂ ਸਦੀ ਨੂੰ ਵੇਖਿਆ, ਬਹੁਤਾਤ ਉਹਨਾਂ ਦੀ ਗਿਣਤੀ ਹੋਏਗੀ, ਤੇ ਉਹਨਾਂ ਨੂੰ ਜੇ ਅੱਜ ਦੀ ਜਨਰੇਸ਼ਨ ਉਹ ਵੇਖਦੇ, ਤੇ ਅੱਜ ਦੀ ਜਨਰੇਸ਼ਨ ਵੇਖ ਕੇ ਹੈਰਾਨ ਹੁੰਦੇ ਨੇ ਵੀ ਆ 21ਵੀਂ ਸਦੀ ਵਾਲੇ 21ਵੀਂ ਸਦੀ ਵਾਲੇ ਬਾਲਕ ਨੇ, ਆ 21ਵੀਂ ਸਦੀ ਵਾਲੇ ਬੱਚੇ ਨੇ। ਹੈਰਾਨ ਹੋ ਜਾਂਦੇ ਉਹਨਾਂ ਦੀ ਸੋਚ ਵੇਖ ਕੇ, ਉਹਨਾਂ ਦਾ ਦਿਮਾਗ ਵੇਖ ਕੇ, ਉਹਨਾਂ ਦੀ ਸ਼ਾਤਰਤਾ, ਉਹਨਾਂ ਦੀਆਂ ਚਲਾਕੀਆਂ ਵੇਖ ਕੇ। ਤੇ ਨਹੀਂ ਮੇਲ ਖਾਂਦੀ ਸੋਚ, ਤੇ ਇੱਕ ਸਦੀ ਦਾ ਫਰਕ ਹੈ ਸਿਰਫ। ਤੇ ਜਿਹੜਾ 13ਵੀਂ ਜਾਂ 14ਵੀਂ ਸਦੀ ਵਿੱਚ ਹੋਇਆ, ਜੇ ਆਪਾਂ ਕਹੀਏ 15ਵੀਂ ਜਾਂ 16ਵੀਂ ਸਦੀ ਦੀ ਸੋਚ ਜਾ ਕੇ ਉਹਦੀ ਮੇਲ ਖਾ ਜਾਏ, ਤੇ ਕਿੱਦਾਂ ਖਾ ਸਕੇਗੀ? ਤੇ ਹੈਰਾਨੀ ਦੀ ਬਾਤ ਇਹ ਹੈ ਕਿ ਜਦੋਂ ਭਗਤ ਸਾਹਿਬਾਨਾਂ ਦੀ, ਭੱਟ ਸਾਹਿਬਾਨਾਂ ਦੀ, ਗੁਰੂ ਸਾਹਿਬਾਨਾਂ ਦੀ ਗੱਲ ਕਰਦੇ ਆ, ਇਹ ਸਾਰਿਆਂ ਦੀ ਸੋਚ ਇੱਕ ਹੈ, ਵੱਖਰੀ ਕਿਸੇ ਦੀ ਵੀ ਨਹੀਂ। 35 ਮਹਾਂਪੁਰਸ਼ਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ, 35 ਦੇ 35 ਮਹਾਂਪੁਰਸ਼ਾਂ ਦੀ ਸੋਚ ਇੱਕ। ਇੱਥੇ ਦੂਜੇ ਬੰਦੇ ਦੀ ਵਿਚਾਰ ਪਹਿਲੇ ਨਾਲ ਮੇਲ ਨਹੀਂ ਜੇ ਖਾਂਦੀ। ਇੱਕ ਬੰਦਾ ਵਿਚਾਰ ਦਿੰਦਾ, ਦੂਜਾ ਬੰਦਾ ਆਪਣਾ ਗਿਆਨ ਦਾ ਭੰਡਾਰ ਲੈ ਕੇ ਆਉਂਦਾ, ਆ ਕੇ ਪਹਿਲੇ ਬੰਦੇ ਦੀਆਂ ਵਿਚਾਰਾਂ ਤੇ ਕਟਾਕਸ਼ ਕਰ ਦਿੰਦਾ ਹੈ, ਮੈਂ ਤੇਰੀਆਂ ਵਿਚਾਰਾਂ ਨੂੰ ਕੰਡੈਮ ਕਰਦਾ। ਹੈਰਾਨੀ ਦੀ ਗੱਲ ਹੈ, ਇੱਕ ਓੰਕਾਰ ਤੋਂ ਚੱਲ ਪਾਓ, 18-20 ਤੱਕ ਆ ਜਾਓ, ਜਦੋਂ ਸਮਾਪਤੀ ਸੰਪੂਰਨਤਾ ਕਰਦਿਆਂ ਇੱਕ ਵੀ ਸ਼ਬਦ ਐਸਾ ਨਹੀਂ ਜਿਹੜਾ ਦੂਜੇ ਨੂੰ ਕਟਾਕਸ਼ ਕਰਦਾ ਹੋਵੇ। ਚਾਹੇ ਭੱਟ ਸਾਹਿਬਾਨਾਂ ਦੀ ਬਾਣੀ ਪੜ੍ਹ ਲਓ, ਚਾਹੇ ਗੁਰੂ ਸਾਹਿਬਾਨਾਂ ਦੀ ਪੜ੍ਹ ਲਓ, ਭਾਵੇਂ ਭਗਤ ਸਾਹਿਬਾਨਾਂ ਦੀ ਪੜ੍ਹ ਲਓ, ਤੇ ਭਾਵੇਂ ਗੁਰਸਿੱਖਾਂ ਦੀ ਪੜ੍ਹ ਲਓ, ਇੱਕ ਸ਼ਬਦ ਦੂਜੇ ਸ਼ਬਦ ਨੂੰ ਐਕਸਪਲੇਨ ਤੇ ਜ਼ਰੂਰ ਕਰ ਦੇਗਾ, ਇੱਕ ਸ਼ਬਦ ਦੂਜੇ ਸ਼ਬਦ ਦੀ ਵਿਆਖਿਆ ਤੇ ਜ਼ਰੂਰ ਕਰ ਦੇਗਾ, ਪਰ ਇੱਕ ਸ਼ਬਦ ਦੂਜੇ ਨੂੰ ਕੱਟਦਾ ਨਹੀਂ ਜੇ। ਹੁਣ ਉਹ ਸਾਰਿਆਂ ਦੀ ਸੋਚ ਇੱਕ ਹੋ ਗਈ ਨਾ, ਜਿਹੜੇ ਰੱਬੀ ਪਿਆਰ ਵਿੱਚ ਜੁੜੇ। ਤੇ ਗੁਰੂ ਸਾਹਿਬ ਜੀ ਦੀ ਸ਼ੋਭਾ ਭੱਟ ਜੀ ਕਰਦੇ ਆ, ਆਖਦੇ, ਕਹਿੰਦੇ ਉਹਨਾਂ ਨੂੰ ਸ਼ੋਕ ਨਹੀਂ ਵਿਆਪਦਾ, ਦੁੱਖ ਨਹੀਂ ਲੱਗਦਾ, ਤੇ ਨਾ ਹੀ ਅਸੀਂ ਉਹਨਾਂ ਦੀ ਅਵਸਥਾ ਬਾਰੇ ਕੁਝ ਦੱਸ ਸਕਦੇ ਹਾਂ। ਤੇ ਨਰ ਸੇਵ ਨਹੁ ਕਰਹਿ, ਤੇ ਨਰ ਸਹਿਸ ਸਮਪਹਿ। ਔਰ ਨਾਲ ਹੀ ਨਾ ਸਾਹਿਬ ਕਹਿੰਦੇ, ਤੇ ਨਰ ਸੇਵ ਨਹੁ ਕਰਹਿ। ਹੁਣ ਇੱਥੇ ਸੇਵ ਦਾ ਮਤਲਬ ਜੇ ਚਾਕਰੀ, ਚਾਕਰੀ ਮਤਲਬ ਗੁਲਾਮੀ। ਉਹ ਬੰਦੇ ਕਿਸੇ ਦੀ ਗੁਲਾਮੀ ਨਹੀਂ ਕਰਦੇ। ਜਿਹੜੇ ਰੱਬ ਨਾਲ ਜੁੜ ਜਾਂਦੇ ਨਾ, ਉਹ ਗੁਲਾਮੀ ਨਹੀਂ ਕਰਦੇ। ਰੱਬ ਇੱਕ ਆਜ਼ਾਦ ਹਸਤੀ ਹੈ, ਅਕਾਲ ਪੁਰਖ ਇੱਕ ਆਜ਼ਾਦ ਹਸਤੀ ਹੈ। ਅਕਾਲ ਪੁਰਖ ਪਰਮੇਸ਼ਵਰ ਇੰਨਾ ਕੁ ਆਜ਼ਾਦ ਹਸਤੀ ਹੈ ਕਿ ਅਸੀਂ, ਗੁਰੂ ਨਾਨਕ ਸਾਹਿਬ ਨੇ ਉਹਨਾਂ ਦੇ ਲਈ ਲਫ਼ਜ਼ ਵਰਤੇ ਕਿ ਉਹ ਅਕਾਲ ਮੂਰਤ ਹੈ, ਉਹ ਸਮੇਂ ਦੇ ਅਧੀਨ ਵੀ ਨਹੀਂ ਹੈ, ਇੰਨੇ ਕੁ ਆਜ਼ਾਦੀ ਹਸਤੀ ਦੇ ਮਾਲਕ ਨੇ। ਜਿਹੜਾ ਰੱਬ ਨਾਲ ਜੁੜਦਾ ਹੈ, ਜਿਨਨੇ ਆਪਣਾ ਆਪਾ ਰੱਬ ਨਾਲ ਜੋੜਿਆ, ਉਹ ਵੀ ਆਜ਼ਾਦੀ ਦੀ ਇੱਕ ਹਸਤੀ, ਆਜ਼ਾਦੀ ਦਾ ਸੁੱਖ ਮਾਣਦਾ। ਉਹ ਗੁਲਾਮੀ ਨਹੀਂ ਜੇ ਕਰਦਾ ਫਿਰ ਕਿਸੇ ਦੀ। ਜੇ ਗੁਲਾਮੀ ਕਰਨੀ ਹੁੰਦੀ ਤੇ ਕੀ ਭਗਤ ਕਬੀਰ ਸਾਹਿਬ ਨੂੰ ਨਹੀਂ ਸੀ ਆਖਿਆ ਵੀ ਤੂੰ ਮੇਰਾ ਗੁਲਾਮ ਬਣ ਜਾ? ਉੱਥੇ ਗੁਲਾਮੀ, ਭਾਵੇਂ ਅਗਲੇ ਇਹ ਨਹੀਂ ਕਹਿ ਰਹੇ ਕਿ ਗੁਲਾਮੀ ਕਰ, ਇਹ ਤੇ ਕਹਿ ਰਹੇ ਨਾ ਜਿਵੇਂ ਅਸੀਂ ਕਹਿ ਰਹੇ ਉਦਾਂ ਰੱਬ ਨੂੰ ਜਪਿਆ ਕਰ। ਤੇ ਕੀ ਹੈ,
ਜਿੱਥੇ ਜਾ ਕੇ ਅਸੀਂ ਧਰਮ ਦੇ ਅਧੀਨ ਹੋ ਕੇ ਕਿਸੇ ਦੇ ਪ੍ਰਭਾਵ ਹੇਠਾਂ ਆ ਕੇ ਅਸੀਂ ਧਰਮ ਕਬੂਲ ਲਿਆ, ਸਭ ਤੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਜੇ ਜੀਵ ਆਪਣਾ ਧਰਮ ਆਪਣੀ ਮਰਜ਼ੀ ਨਾਲ ਧਾਰਨ ਕਰਕੇ ਕਮਾ ਨਹੀਂ ਜੇ ਸਕਦਾ ਤੇ ਫਿਰ ਇਹ ਤੋਂ ਵੱਡੀ ਗੁਲਾਮੀ ਹੋਰ ਕੀ ਹੋ ਸਕਦੀ ਹੈ? ਇਸ ਤੋਂ ਵੱਧ ਕਿ ਹੋਰ ਗੁਲਾਮੀ ਦੀ ਨਿਸ਼ਾਨੀ ਕੀ ਹੈ? ਕਿ ਬੰਦਾ ਬਾਕੀ ਕਰਮ ਤੇ ਜਿਹੜੇ ਕਰਦਾ ਉਹ ਤੇ ਕਰਦਾ ਹੀ ਕਰਦਾ ਹੈ, ਅਧੀਨ ਹੋ ਕੇ ਕਿਸੇ ਨਾ ਕਿਸੇ ਦੇ ਕਾਰ ਵਿਹਾਰ ਜਿਹੜੇ ਸੰਸਾਰਕ ਕਰਨੇ ਨੇ, ਪਰ ਉਹਨਾਂ ਸੰਸਾਰਕ ਕਾਰ ਵਿਹਾਰਾਂ ਤੋਂ ਬਿਨਾਂ ਧਰਮ ਸਾਰਿਆਂ ਲਈ ਇੱਕ ਨਿਰਪੱਖ ਹੈ, ਧਰਮ ਸਾਰਿਆਂ ਲਈ ਬਰਾਬਰ ਤੇ ਸਾਰਿਆਂ ਨੂੰ ਆਜ਼ਾਦੀ ਜਿਹੜੀ ਧਰਮ ਕਮਾਉਣ ਦੀ ਹੈ। ਅਸੀਂ ਕਹਿੰਦੇ ਆ ਜੀ ਭਾਰਤ ਜਿਹੜਾ ਇਹ ਧਰਮ ਨਿਰਪੱਖ ਦੇਸ਼ ਹੈ, ਇੱਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ, ਧਰਮ ਆਪਣੀ ਮਰਜ਼ੀ ਨਾਲ ਕੋਈ ਅਪਣਾ ਸਕਦਾ ਹੈ। ਜਿਹੜਾ ਮਰਜ਼ੀ ਇਨਸਾਨ ਜਿਸ ਮਰਜ਼ੀ ਧਰਮ ਵਿੱਚ ਪੈਦਾ ਹੋਇਆ ਹੋਵੇ ਉਹ ਆਪਣੀ ਮਰਜ਼ੀ ਨਾਲ ਧਰਮ ਕਮਾ ਸਕਦਾ ਹੈ। ਤੇ ਖਿਆਲ ਕਰਿਓ, ਜਦੋਂ ਅਸੀਂ ਕਿਸੇ ਦੀ ਅਧੀਨਗੀ ਕਬੂਲ ਕੇ ਧਰਮ ਅਪਣਾਉਂਦੇ ਆ ਨਾ, ਸਾਡੀ ਸਭ ਤੋਂ ਵੱਡੀ ਗੁਲਾਮੀ ਦੀ ਨਿਸ਼ਾਨੀ ਹੈ ਕਿ ਅਸੀਂ ਆਪਣੀ ਆਜ਼ਾਦੀ ਗਵਾ ਬੈਠੇ ਆ ਤੇ ਹੁਣ ਅਸੀਂ ਗੁਲਾਮੀ ਵਿੱਚ ਆ ਕੇ ਉਹਨਾਂ ਦੇ ਮੁਤਾਬਕ ਅਸੀਂ ਧਰਮ ਕਮਾ ਰਹੇ ਹਾਂ, ਜਿਵੇਂ ਉਹ ਕਹਿ ਰਹੇ ਨੇ। ਹੁਣ ਭਗਤ ਕਬੀਰ ਸਾਹਿਬ ਨੂੰ ਅਗਲਿਆਂ ਕਿਹਾ, ਭਾਈ ਤੂੰ ਸਾਡੇ ਅਨੁਸਾਰ ਧਰਮ ਕਮਾ ਲਾ। ਬਾਬਾ ਕਬੀਰ ਜੀ ਕਹਿੰਦੇ ਵੀ ਤੁਹਾਡੇ ਅਨੁਸਾਰ ਨਹੀਂ ਮੈਂ ਚੱਲਣਾ। ਤੇ ਉਹਨਾਂ ਬਕਾਇਦਾ ਆਪਾਂ ਬਾਣੀ ਪੜ੍ਹਦੇ ਨਾ, ਉਹਨਾਂ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ, ਪੰਡਤ ਮੁੱਲਾ ਜੋ ਲਿਖ ਦਿਆ ਛਾੜ ਚਲੇ ਹਮ ਕਿਛੂ ਨਾ ਲਿਆ। ਮੈਂ ਨਹੀਂ ਸੁਣੀ ਕਿਸੇ ਦੀ ਵਿਚਾਰ। ਜਦੋਂ ਗੁਰੂ ਭਗਤ ਨਾਮਦੇਵ ਜੀ ਨੂੰ ਪੜ੍ਹਦੇ ਆ, ਉਹਨਾਂ ਦਾ ਜੀਵਨ ਪੜ੍ਹ ਕੇ ਵੇਖੋ, ਉਹਨਾਂ ਨੂੰ ਵੀ ਕਿਹਾ ਨਾ ਵੀ ਤੂੰ ਛੱਡ ਭਾਈ ਖੁਦਾ ਖੁਦਾ ਕਰਨ ਲੱਗ ਜਾ, ਤੂੰ ਰਾਮ ਰਾਮ ਕਿਉਂ ਕਰਨਾ, ਇੱਕ ਵਾਰੀ ਕਹਿ ਦੇ ਹਾਂ ਖੁਦਾ। ਤੇ ਭਗਤ ਨਾਮ ਜੀ ਨੇ ਕੱਢੇ ਜ਼ਿਆਦਾ ਆਜ਼ਾਦੀ ਭਰੇ ਬੋਲ ਬੋਲੇ ਵੀ ਜੇ ਇਹ ਜ਼ਬਰਦਸਤੀ ਖੁਦਾ ਕਹਾਉਣਾ ਚਾਹੁੰਦੇ ਨਾ, ਮੈਂ ਨਹੀਂ ਕਹਿੰਦਾ। ਉਦਾਂ ਪਿਆਰ ਵਿੱਚ ਕਹਿ ਦਿੰਦੇ ਤੇ ਖੁਦਾ ਛੱਡ ਕੇ ਅੱਲਾ ਵੀ ਕਹਾ ਲੈਂਦੇ ਤੇ ਕਹਿ ਦਿੰਦਾ। ਪਿਆਰ ਵਿੱਚ ਆਇਆ ਖੁਦਾ ਵੀ ਆਖਾਂਗਾ, ਅੱਲਾ ਵੀ ਆਖਾਂਗਾ, ਰਾਮ ਵੀ ਆਖਾਂਗਾ, ਪਰਮਾਤਮਾ ਵੀ ਆਖਾਂਗਾ, ਜੋ ਮਨ ਵਿੱਚ ਆਏਗਾ ਉਹ ਕਵਾਂਗਾ ਜਦੋਂ ਪ੍ਰੇਮ ਦੀ ਬਾਤ ਆਏਗੀ। ਪਰ ਜੇ ਕੋਈ ਜ਼ਬਰਦਸਤੀ ਆਖੇਗਾ ਵੀ ਰਾਮ ਛੱਡ ਖੁਦਾ ਖੁਦਾ ਕਹਿ, ਫਿਰ ਨਹੀਂ ਮੈਂ ਮੰਨਦਾ ਕਿਸੇ ਦੀ। ਉਹਨਾਂ ਦੀ ਮਾਤਾ ਨੇ ਵੀ ਆ ਕੇ ਕਿਹਾ ਕਿ ਪੁੱਤਰਾ ਛੱਡ, ਐਵੇਂ ਕਿਉਂ, ਰਾਜਾ ਹੈ ਭਾਈ ਸਮੇਂ ਦਾ, ਪੁੱਤਰਾ ਕਿਉਂ ਮੱਥਾ ਲਾਉਣਾ ਸਮੇਂ ਦੇ ਰਾਜੇ ਨਾਲ। ਕਿ ਭਗਤ ਨਾਮਦੇਵ ਜੀ ਨੇ ਹੁਣ ਡਰ ਥੋੜੀ ਉੱਥੇ ਰੱਖਿਆ ਵੀ ਰਾਜਾ ਹੋਏਗਾ। ਭਗਤ ਨਾਮਦੇਵ ਜੀ ਕਹਿੰਦੇ ਵੀ ਤਖਤ ਤੇ ਬੈਠਾ ਹੋਏਗਾ, ਰਾਜਾ ਹੈ, ਤਖਤ ਤੇ ਬੈਠਾ ਹੋਏਗਾ, ਰਾਜਾ ਹੋਏਗਾ, ਪ੍ਰਜਾ ਦੇ ਉੱਤੇ ਰਾਜ ਕਰਨ ਵਾਸਤੇ, ਪ੍ਰਜਾ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਰਾਜਾ ਹੈ। ਪਰ ਧਰਮ ਦੇ ਵਿੱਚ ਤੇ ਰਾਜਾ ਨਹੀਂ ਹੈ ਨਾ। ਧਰਮ ਤੇ ਮੈਂ ਆਪਣੀ ਮਰਜ਼ੀ ਨਾਲ ਕਮਾ ਸਕਦਾ, ਆਪਣੀ ਮਰਜ਼ੀ ਨਾਲ ਅਪਣਾ ਸਕਦਾ, ਆਪਣੀ ਮਰਜ਼ੀ ਨਾਲ ਮੈਂ ਰੱਬ ਨੂੰ ਜਿਸ ਮਰਜ਼ੀ ਨਾਮ ਨਾਲ ਪੁਕਾਰਾਂ। ਤੇ ਜੇ ਤੁਸੀਂ ਵੀ ਮੈਨੂੰ ਕਹਿੰਦੇ ਹੋ ਕਿ ਮੈਂ ਰਾਮ ਛੱਡ ਕੇ ਖੁਦਾ ਖੁਦਾ ਉਹਦੀ ਜਬਰੀ ਕਬੂਲ ਕੇ ਕਰਾਂ, ਤੇ ਫਿਰ ਮੈਂ ਇਹ ਵੀ ਸਾਫ਼ ਤੁਹਾਨੂੰ ਆਖਦਾ, ਨਾ ਹੋ ਤੇਰਾ ਪੂੰਗਰਾ ਨਾ ਤੂੰ ਮੇਰੀ ਮਾਏ, ਪਿੰਡ ਪਰੈ ਤੋਂ ਹਰ ਗੁਣ ਗਾਏ, ਨਾ ਤੂੰ ਮੇਰੀ ਮਾਂ ਤੇ ਨਾ ਮੈਂ ਤੇਰਾ ਪੁੱਤ। ਵੀ ਜਬਰੀ ਨਹੀਂ ਮੈਂ ਕਿਸੇ ਦੀ ਕਬੂਲ ਦਾ। ਤੇ ਨਰ ਸੇਵ ਨਾ ਕਰੇ, ਉਹ ਨਹੀਂ ਕਿਸੇ ਦੀ ਗੁਲਾਮੀ ਕਰਦੇ। ਜਿਹੜੇ ਰੱਬ ਨਾਲ ਆਪਣੀ ਸੁਰਤ ਜੋੜ ਲੈਂਦੇ ਉਹ ਆਜ਼ਾਦ ਹੋ ਜਾਂਦੇ। ਤੇ ਨਰ ਸਹਿਸ ਸਮਪੈ, ਉਹਨਾਂ ਦਾ ਜੀਵਨ ਐਸਾ ਬਣ ਜਾਂਦਾ ਹੈ, ਉਹ ਆਪ ਤੇ ਅਕਾਲ ਪੁਰਖ ਦੀ ਆਰਾਧਨਾ ਕਰਦੇ ਹੀ ਕਰਦੇ ਨੇ, ਆਪਣਾ ਜੀਵਨ ਤੇ ਖੁਸ਼ਹਾਲੀ ਭਰਿਆ ਜਿਉਂਦੇ ਹੀ ਨੇ। ਭੱਟ ਜੀ ਕਹਿੰਦੇ ਅੱਗੋਂ ਸੈਂਕੜਿਆਂ ਨੂੰ ਉਹ ਆਪਣੇ ਕੋਲੋਂ, ਹਜ਼ਾਰਾਂ ਨੂੰ ਆਪਣੇ ਕੋਲੋਂ ਉਹ ਰੱਬ ਦੀਆਂ ਬਖਸ਼ਿਸ਼ਾਂ ਦਿੰਦੇ ਹਨ। ਤੇ ਨਰ ਦੁਲੀਚੈ ਬਹਿ, ਤੇ ਨਰ ਉਥਪ ਬਿਥਪਹਿ। ਫਿਰ ਜਦੋਂ ਰੱਬ ਨਾਲ ਜੁੜ ਜਾਂਦੇ ਨਾ, ਰੱਬ ਆਪ ਬਖਸ਼ਿਸ਼ ਕਰਦਾ ਉਹਨਾਂ ਤੇ ਰੱਬ ਦੀ ਬਖਸ਼ਿਸ਼ ਕੀ ਕਰਦੀ ਹੈ, ਰੱਬ ਦੀ ਰਹਿਮਤ ਕੀ ਕਰਦੀ, ਉਹਨਾਂ ਨੂੰ ਦਲੀਚਿਆਂ ਤੇ ਬਿਠਾਉਂਦੀ ਹੈ। ਗਲੀਚੇ ਸੁੰਦਰ ਸੁੰਦਰ ਤਖਤਾਂ ਦੇ ਉੱਤੇ ਬਿਠਾਉਂਦੀ। ਕਹਿੰਦੇ ਜਿੱਥੇ ਉਹ ਰੱਬ ਦੀ ਭਗਤੀ ਕਰਨ ਵਾਲੇ ਸੁੰਦਰ ਤਖਤਾਂ ਤੇ ਬਹਿੰਦੇ, ਰੱਬ ਉਹਨਾਂ ਨੂੰ ਵਡਿਆਈ ਦਿੰਦਾ, ਰੱਬ ਉਹਨਾਂ ਨੂੰ ਬਖਸ਼ਿਸ਼ਾਂ ਦਿੰਦੇ ਨੇ। ਤੇ ਨਰ ਉਥਪ ਬਿਥਪੈ, ਉਹਨਾਂ ਦੇ ਕੋਲ ਇੰਨੀ ਕੁ ਤਾਕਤ ਆ ਜਾਂਦੀ, ਇੰਨਾ ਕੁ ਬਲ ਉਹਨਾਂ ਨੂੰ ਮਿਲ ਜਾਂਦਾ ਕਿ ਉਹ ਆਪ ਆਪਣੇ ਬਲ ਦੇ ਨਾਲ, ਆਪਣੀ ਤਾਕਤ ਦੇ ਨਾਲ ਕਈਆਂ ਨੂੰ ਉਥਪ ਦਿੰਦੇ ਤੇ ਕਈਆਂ ਨੂੰ ਬਿਥਪ ਵੀ ਦਿੰਦੇ ਨੇ। ਕਈਆਂ ਨੂੰ ਨਾਸ਼ ਦਿੰਦੇ ਤੇ ਕਈਆਂ ਨੂੰ ਸਾਜ ਦਿੰਦੇ, ਜਾਂ ਇਉਂ ਕਹਿ ਲਓ ਕਈਆਂ ਨੂੰ ਰਾਜ ਭਾਗ ਸਥਾਪਿਤ ਕਈਆਂ ਦਾ ਕਰ ਦਿੰਦੇ ਨੇ ਤੇ ਕਈਆਂ ਦਾ ਰਾਜ ਭਾਗ ਉਹ ਨਾਸ਼ ਕਰ ਦਿੰਦੇ ਨੇ। ਰਾਜ ਗੱਦੀ ਤੋਂ ਉਠਾਉਂਦੇ ਤੇ ਬਿਠਾ ਦਿੰਦੇ ਨੇ।
ਉਹ ਨਰ ਜਿਨ੍ਹਾਂ ਨੇ ਰੱਬ ਦੀ ਕਿਰਪਾ ਨੂੰ, ਗੁਰੂ ਦੀ ਰਹਿਮਤ ਨੂੰ ਆਪਣੇ ਜੀਵਨ ਵਿੱਚ ਹਾਸਲ ਕੀਤਾ। ਸੁਖ ਲਹੈ ਤੇ ਨਰ ਸੰਸਾਰ ਮਹਿ, ਅਪੈ ਪਟ ਰਿਪ ਮਦ ਤੇ। ਫਿਰ ਸੁਖ ਲਹੈ ਤੇ ਨਰ ਸੰਸਾਰ ਮੈਂ, ਸੁਖ ਮਾਣਦੇ ਹੋ ਸੰਸਾਰ ਵਿੱਚ, ਤੇ ਸੰਸਾਰ ਵਿੱਚ ਰਹਿੰਦਿਆਂ ਹੋਇਆ ਨਾ ਅਭੈ ਪਟ, ਅਭੈ ਦਾ ਵਸਤਰ, ਪਟ ਮਤਲਬ ਵਸਤਰ, ਨਿਰਭੈਤਾ ਦਾ, ਰਿਪ ਮੱਧ ਤੇ, ਉਹ ਦੁਸ਼ਮਣਾਂ ਵਿੱਚ, ਵੈਰੀਆਂ ਦੇ ਵਿੱਚ ਵੀ ਨਾ ਨਿਰਭੈਤਾ ਦਾ ਵਸਤਰ ਆਪਣੇ ਤਨ ਤੇ ਪਾ ਕੇ ਰਹਿੰਦੇ। ਉਹ ਵੈਰੀਆਂ ਦੇ ਵਿੱਚ ਖੜੋਤੇ ਵੀ ਨਹੀਂ ਡਰਦੇ, ਵੈਰੀਆਂ ਤੋਂ ਵੀ ਨਹੀਂ ਡਰਦੇ। ਉਹ ਤੇ ਫਿਰ ਇਸ ਬਾਤ ਨੂੰ ਸਿੱਖ ਲੈਂਦੇ ਨਾ ਕਿ ਮੇਰੇ ਉੱਤੇ ਗੁਰੂ ਨੇ ਰਹਿਮਤ ਵੀ ਕੀਤੀ, ਵੀ ਹੁਣ ਇੰਨੀ ਕੁ ਬਖਸ਼ਿਸ਼ ਸਤਿਗੁਰੂ ਨੇ ਮੇਰੇ ਉੱਤੇ ਕਰ ਦਿੱਤੀ ਕਿ ਮੈਂ ਗੁਰਮਿਲ ਉੱਚ ਦਮਾਲੜਾ, ਸਤਿਗੁਰੂ ਨੂੰ ਮੈਂ ਮਿਲਿਆ, ਗੁਰੂ ਨੇ ਬਖਸ਼ਿਸ਼ ਕੀਤੀ, ਮੇਰੇ ਸਿਰ ਤੇ ਰਹਿਮਤ ਦਾ ਹੱਥ ਰੱਖਿਆ। ਹੁਣ ਰਹਿਮਤ ਦੇ ਸਦਕਾ ਕੀ ਹੋਇਆ ਕਿ ਉਹ ਜੀਵ ਜਿਹੜਾ ਕਦੇ ਆਪਣੇ ਆਪ ਨੂੰ ਬੜਾ ਕਮਜ਼ੋਰ ਤੇ ਬੜਾ ਨਿਰਬਲ ਸਮਝਦਾ ਸੀ, ਜਿੱਦਣ ਗੁਰੂ ਦੀ ਕਿਰਪਾ ਦਾ ਪਾਤਰ ਬਣਿਆ, ਉਹਨੇ ਆਪਣੇ ਤਨ ਦੇ ਉੱਤੇ ਨਿਰਭੈਤਾ ਦਾ ਵਸਤਰ ਧਾਰਨ ਕੀਤਾ। ਅਭੈ ਪਦ ਉਹਨੇ ਹਾਸਲ ਕੀਤਾ, ਅਭੈ ਪਦ ਮਿਲਿਆ, ਅਭੈਤਾ ਦਾ ਵਸਤਰ ਪੱਟ ਉਹਨੇ ਆਪਣੇ ਤਨ ਤੇ ਧਾਰਨ ਕੀਤਾ। ਤੇ ਸਤਿਗੁਰੂ ਜੀ ਆਖਦੇ, ਕਹਿੰਦੇ ਉਹ ਅਭੈ ਦਾ ਵਸਤਰ ਧਾਰਨ ਕਰਦਿਆਂ ਹੁਣ ਵੈਰੀ ਦੇ ਵਿੱਚ ਖੜੋਤਾ ਵੀ ਵੈਰੀ ਤੋਂ ਡਰਦਾ ਨਹੀਂ, ਖੌਫ ਨਹੀਂ ਰੱਖਦਾ ਉਹ ਆਪਣੇ ਜੀਵਨ ਦੇ ਅੰਦਰ, ਕਿਉਂਕਿ ਉਹਨੇ ਜੀਵਨ 'ਚ ਹਾਸਲ ਕੀ ਕੀਤਾ, ਨਿਰਭਉ ਜਪੈ ਸਗਲ ਭਉ ਮਿਟੈ। ਉਹ ਨਿਰਭੈ ਨੂੰ ਜਪਦਾ ਹੋਇਆ ਇੰਨਾ ਕੁ ਨਿਰਭੈ ਹੋ ਗਿਆ ਕਿ ਜੀਵਨ ਵਿੱਚੋਂ ਹਰ ਤਰ੍ਹਾਂ ਦਾ ਡਰ ਹੀ ਮੁੱਕ ਗਿਆ, ਡਰ ਰਿਹਾ ਹੀ ਕੋਈ ਨਹੀਂ। ਨਹੀਂ ਤੇ ਕੱਲਾ ਬੰਦਾ ਵੈਰੀਆਂ ਦੇ ਸਮੂਹ ਵਿੱਚ ਜਾਣ ਤੋਂ ਵੀ ਡਰ ਰੱਖਦਾ ਕਿ ਮੈਂ ਵੈਰੀਆਂ ਦੇ ਸਮੂਹ ਵਿੱਚ ਨਹੀਂ ਜਾਣਾ। ਤੇ ਭੱਟ ਜੀ ਕਹਿੰਦੇ ਜਿਹੜਾ ਗੁਰੂ ਦੀ ਕਿਰਪਾ ਦਾ ਪਾਤਰ ਬਣਦਾ ਹੈ, ਉਹ ਜੀਵ ਆਪਣੇ ਤਨ ਉੱਤੇ ਨਿਰਭੈਤਾ ਦਾ ਵਸਤਰ ਧਾਰਨ ਕਰਕੇ ਖੁਦ ਜਾ ਕੇ ਵੈਰੀਆਂ ਦੇ ਵਿੱਚ ਖੜੋ ਜਾਂਦੇ ਹਨ। ਸਕਿਆਥ ਤੇ ਨਰ ਜਾਲਪ ਪਣੈ, ਗੁਰ ਅਮਰਦਾਸ ਸੋ ਪ੍ਰਸੰਨ ਜਿਹੇ। ਕਹਿੰਦੇ ਉਹ ਮਨੁੱਖ ਸਫਲ ਨੇ, ਜਾਲਪ ਇਹ ਗੱਲ ਆਖ ਰਹੇ ਨੇ। ਭੱਟ ਜਾਲਪ ਜੀ ਕਹਿੰਦੇ ਮੈਂ ਆਖ ਰਿਹਾ, ਸਕਿਆਥ ਤੇ ਨਰ, ਉਹ ਨਰ ਸਫਲ ਨੇ। ਹੁਣ ਇਹ ਸਾਰੀ ਖੇਡ ਉਹਨਾਂ ਦੇ ਜੀਵਨ ਵਿੱਚ ਵਰਤੀ, ਗੁਰ ਅਮਰਦਾਸ ਸੋ ਪ੍ਰਸੰਨ ਜੇ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਦੀ ਪ੍ਰਸੰਨਤਾ ਨੂੰ ਹਾਸਲ ਕੀਤਾ। ਜਿਹੜੇ ਸਤਿਗੁਰੂ ਅਮਰਦਾਸ ਪਾਤਸ਼ਾਹ ਦੀ ਪ੍ਰਸੰਨਤਾ ਨੂੰ ਹਾਸਲ ਕਰ ਗਏ, ਦੁੱਖ ਨਹ ਭੁਖ ਨਿਤਨ ਨਹ ਕਹੀਐ, ਉਹ ਨਿਤਨ ਵੀ ਨਹੀਂ। ਜਿਨ੍ਹਾਂ ਨੇ ਗੁਰੂ ਅਮਰਦਾਸ ਜੀ ਦੀ ਪ੍ਰਸੰਨਤਾ ਨੂੰ ਹਾਸਲ ਕੀਤਾ, ਤੇ ਨਰ ਸ਼ੋਕ ਨਾ ਹੋਏ, ਉਹ ਦੁਖੀ ਨਹੀਂ ਹੋਏ। ਤੇ ਨਰ ਸੇ ਅੰਤ ਨਾ ਲਹੀਐ, ਉਹਨਾਂ ਦੇ ਬਾਰੇ ਅਸੀਂ ਕੁਝ ਨਹੀਂ ਆਖ ਸਕਦੇ ਜਿਨ੍ਹਾਂ ਉੱਤੇ ਗੁਰੂ ਅਮਰਦਾਸ ਪਾਤਸ਼ਾਹ ਪ੍ਰਸੰਨ ਹੋ ਗਏ। ਜਿਨ੍ਹਾਂ ਉੱਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਪ੍ਰਸੰਨਤਾ ਵਰਤਾਈ, ਆਪਣੀ ਰਹਿਮਤ ਵਰਤਾਈ, ਤੇ ਨਰ ਸੇਵ ਨਾ ਕਰੇ, ਉਹ ਕਿਸੇ ਦੀ ਗੁਲਾਮੀ ਨਹੀਂ ਕਰਦੇ। ਜਿਹੜੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪ੍ਰਸੰਨਤਾ ਦੇ ਪਾਤਰ ਬਣ ਗਏ, ਤੇ ਉਹ ਹਜ਼ਾਰਾਂ ਦੀਆਂ ਝੋਲੀਆਂ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੀ ਪ੍ਰਸੰਨਤਾ, ਉਹਨਾਂ ਦੀ ਬਖਸ਼ਿਸ਼ ਪਾਉਂਦੇ ਨੇ। ਤੇ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪ੍ਰਸੰਨਤਾ ਮਿਲ ਜਾਏ, ਜਿਹੜੇ ਜੀਵ ਗੁਰੂ ਅਮਰਦਾਸ ਸਾਹਿਬ ਦੀ ਪ੍ਰਸੰਨਤਾ ਹਾਸਲ ਕਰ ਲੈਂਦੇ, ਕਹਿੰਦੇ ਉਹ ਆਪ ਤੇ ਦਲੀਚਿਆਂ ਤੇ ਗਲੀਚਿਆਂ ਤੇ ਬਹਿੰਦੇ ਨੇ। ਉਹਨਾਂ ਕੋਲ ਇੰਨਾ ਕੁ ਬਲ, ਇੰਨੀ ਕੁ ਤਾਕਤ, ਇੰਨੀ ਕੁ ਸਮਰੱਥਾ ਗੁਰੂ ਅਮਰਦਾਸ ਸਾਹਿਬ ਦੇ ਦਿੰਦੇ ਕਿ ਉਹ ਆਪ ਜੇ ਚਾਹੁਣ ਗੱਦੀ ਤੇ ਬਿਠਾ ਦਿੰਦੇ, ਤੇ ਆਪ ਚਾਹੁਣ ਗੱਦੀ ਤੋਂ ਉਤਾਰ ਵੀ ਦਿੰਦੇ ਨੇ। ਤੇ ਜਿਨ੍ਹਾਂ ਨੇ ਗੁਰੂ ਅਮਰਦਾਸ ਸਾਹਿਬ ਦੀ ਪ੍ਰਸੰਨਤਾ ਨੂੰ ਹਾਸਲ ਕੀਤਾ, ਉਹ ਵੈਰੀਆਂ ਵਿੱਚ ਵੀ ਨਿਰਭੈ ਹੋ ਕੇ ਖੜਾਉਂਦੇ ਨੇ। ਜਿਨ੍ਹਾਂ ਗੁਰੂ ਅਮਰਦਾਸ ਸਾਹਿਬ ਦੀ ਰਹਿਮਤ ਹਾਸਲ ਕਰ ਲਈ, ਉਹ ਸੰਸਾਰ ਵਿੱਚ ਸੁੱਖ ਲੈਂਦੇ ਨੇ। ਤੇ ਉਹੀ ਮਨੁੱਖ ਦਾ ਜੀਵਨ ਸਫਲ ਹੁੰਦਾ ਹੈ ਜਿਹੜਾ ਆਪਣੇ ਜੀਵਨ ਵਿੱਚ ਗੁਰੂ ਅਮਰਦਾਸ ਸਾਹਿਬ ਦੀ ਪ੍ਰਸੰਨਤਾ ਲੈ ਲੈਂਦਾ ਹੈ। ਤੈ ਪੜਿਓ ਇੱਕ ਮਨ ਧਰਿਓ, ਇੱਕ ਕਰ ਇੱਕ ਪਛਾਣਿਓ। ਹੁਣ ਗੁਰੂ ਅਮਰਦਾਸ ਸਾਹਿਬ ਜੀ ਦੀ ਵਡਿਆਈ ਗਾਵੀ ਫਿਰ ਭੱਟ ਜਾਲਪ ਜੀ। ਕਹਿੰਦੇ ਸਤਿਗੁਰੂ ਅਮਰਦਾਸ ਪਾਤਸ਼ਾਹ ਜਦੋਂ ਦੁਨੀਆ ਨੂੰ ਵੇਖਿਆ ਨਾ, ਤੇ ਦੁਨੀਆ ਦੀ ਹਾਲਤ ਵੇਖ ਕੇ ਬੜਾ ਤਰਸ ਆਇਆ।
ਵੀ ਉਹਨਾਂ ਕੋਲ ਇੱਕ ਘਰ ਹੀ ਹੈ ਨਹੀਂ, ਕੋਈ ਕਿਸੇ ਘਰ 'ਚ ਭੱਜਿਆ ਫਿਰਦਾ, ਕੋਈ ਕਿਸੇ ਘਰ 'ਚ ਦੌੜਿਆ ਫਿਰਦਾ। ਤੇ ਕਹਿ ਸਕਦੇ ਆ ਭੱਟ ਜੀ ਹੁਣਾਂ ਨੇ ਸਾਰੇ ਘਰ ਵੇਖੇ ਨੇ, ਬਕਾਇਦਾ ਵੇਖ ਕੇ ਆਏ ਹੋ, ਕਹਿੰਦੇ ਅਸੀਂ ਸਾਰਾ ਕੁਝ ਵੇਖ ਕੇ ਆਏ ਆ। ਕੱਲਾ ਕੱਲਾ ਘਰ ਫਰੋਲਿਆ ਨਾ, ਕੱਲਾ ਕੱਲਾ ਦਰ ਵੇਖਿਆ, ਪੂਰੇ 11 ਮਹੀਨੇ 1 ਸਾਲ ਪੂਰਾ। ਫਿਰ ਚੱਲ ਕੇ ਗੁਰੂ ਅਮਰਦਾਸ ਦੇ ਦਰ, ਗੁਰੂ ਅਰਜਨ ਸਾਹਿਬ ਦੇ ਦਰ ਤੇ ਆਏ। ਹੁਣ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ੋਭਾ ਗਾਉਣ ਲੱਗੇ ਤੇ ਕਹਿੰਦੇ ਸਤਿਗੁਰੂ ਜਦੋਂ ਸਮਾਜ ਦੀ ਹਾਲਤ ਵੇਖੀ ਤਰਸ ਆ ਗਿਆ, ਸਮਾਜ ਦੀ ਹਾਲਤ ਵੇਖ ਕੇ ਵੀ ਇਹਨਾਂ ਕਦੇ ਕਿਸੇ ਨੂੰ ਚੇਤੇ ਕੀਤਾ, ਕਦੇ ਕਿਸੇ ਨੂੰ ਚੇਤੇ ਕੀਤਾ ਤੇ ਕਦੇ ਕਿਸੇ ਦੀ ਯਾਦ ਵਿੱਚ ਜੁੜ ਕੇ ਬਹਿ ਗਏ। ਇੱਕ ਨੂੰ ਨਹੀਂ ਇਹਨਾਂ ਕਦੇ ਪੜਿਆ, ਨਾ ਇੱਕ ਨੂੰ ਇਹਨਾਂ ਕਦੇ ਵਿਚਾਰਿਆ, ਨਾ ਹੀ ਇੱਕ ਨਾਲ ਕਦੇ ਜੁੜਨ ਦਾ ਇਹਨਾਂ ਯਤਨ ਕੀਤਾ। ਪਰ ਧੰਨ ਗੁਰੂ ਅਮਰਦਾਸ ਸਾਹਿਬ ਜੀ, ਜਦੋਂ ਤੁਹਾਡਾ ਜੀਵਨ ਅਸੀਂ ਵੇਖਿਆ ਨਾ, ਤੁਹਾਡਾ ਜੀਵਨ ਸਮਾਜ ਨਾਲੋਂ ਵੱਖਰਾ ਹੀ ਹੈ। ਤੁਹਾਡਾ ਜੀਵਨ ਸਮਾਜ ਨਾਲੋਂ ਨਵੇਕਲਾ, ਕਿਉਂਕਿ ਤੈਂ ਪੜ੍ਹਿਓ ਇੱਕ। ਤੁਸੀਂ ਜਿੱਦਣ ਪੜਿਆ ਉਦਣ ਇੱਕ ਹੀ ਪੜਿਆ। ਮਨ ਧਰਿਓ ਇੱਕ, ਤੇ ਜਿੱਦਣ ਮਨ ਵਿੱਚ ਧਰਵਾਸ ਰੱਖਣ ਦੀ ਵਾਰੀ ਆਈ ਨਾ, ਭਰੋਸਾ ਰੱਖਣ ਦੀ ਵਾਰੀ ਆਈ, ਮਨ ਵਿੱਚ ਧਾਰਨ ਕਰਨ ਦੀ ਵਾਰੀ ਆਈ, ਤੇ ਮਨ ਧਰਿਓ ਇੱਕ। ਤੁਸੀਂ ਮਨ ਕਰਕੇ ਵੀ ਇੱਕ ਹੀ ਧਰਿਆ, ਮਨ ਕਰਕੇ ਵੀ ਇੱਕੋ ਹੀ ਰੱਖਿਆ, ਤੇ ਕਰ ਇੱਕ ਪਛਾਣਿਓ, ਤੁਸੀਂ ਪਛਾਣ ਵੀ ਇੱਕ ਦੀ ਕੀਤੀ ਹੈ। ਸਮਾਜ ਨਾਲੋਂ ਤੁਹਾਡਾ ਜੀਵਨ ਨਵੇਕਲਾ ਸੀ, ਕਿਉਂਕਿ ਸਮਾਜ ਨੂੰ ਇੱਕ ਤੇ ਸਥਿਰਤਾ ਹੀ ਨਹੀਂ ਆਉਂਦੀ, ਇੱਕ ਤੇ ਸਬਰ ਹੀ ਹੈ ਨਹੀਂ ਸਮਾਜ ਨੂੰ। ਤੇ ਜੇ ਸਮਾਜ ਨੂੰ, ਸੰਸਾਰ ਨੂੰ ਇੱਕ ਤੇ ਸਬਰ ਹੁੰਦਾ ਤੇ ਫਿਰ ਬਾਕੀ ਆਸ-ਪਾਸ ਜਾਂ ਜੋ ਵੀ ਸਮਾਜ ਵਿਚਲੀਆਂ ਕੁਰੀਤੀਆਂ ਜੋ ਬੀਤ ਰਹੀਆਂ, ਵਰਤ ਰਹੀਆਂ, ਕਿ ਉਹ ਸਮਾਜ ਵਿੱਚ ਪੈਦਾ ਹੁੰਦੀਆਂ ਜੇ ਇੱਕ ਤੇ ਭਰੋਸਾ ਹੁੰਦਾ ਤੇ। ਪਰ ਅਫਸੋਸ ਦੀ ਗੱਲ ਵੀ ਇੱਕ ਤੇ ਭਰੋਸਾ ਹੀ ਹੈ ਨਹੀਂ। ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ, ਸਮਾਜ ਨੂੰ ਇੱਕ ਤੇ ਭਰੋਸਾ ਨਹੀਂ, ਸਮਾਜ ਨੇ ਪੜ੍ਹਿਆ ਵੀ ਇੱਕ ਨਹੀਂ, ਸਮਾਜ ਨੇ ਮਨ ਵਿੱਚ ਵੀ ਇੱਕ ਨਹੀਂ ਧਰਿਆ। ਇੱਕ ਬੰਦਾ ਹੀ ਮਨ 'ਚ ਪਤਾ ਨਹੀਂ ਕਿੰਨੇ ਕੁਛ ਚੁੱਕੀ ਫਿਰਦਾ। ਜੇ ਆਪਾਂ ਇੱਕ ਇਨਸਾਨ ਦੀ ਗੱਲ ਕਰਾਂਗੇ ਤੇ ਉਹ ਬੰਦੇ ਨੂੰ ਇੱਕ ਅਕਾਲ ਪੁਰਖ ਤੇ ਭਰੋਸਾ ਨਹੀਂ ਹੈ। ਅਕਾਲ ਪੁਰਖ ਤੋਂ ਛੁੱਟ ਪਤਾ ਹੀ ਨਹੀਂ ਉਹ ਮਨ ਵਿੱਚ ਕਿੰਨੀਆਂ ਵਿਚਾਰਾਂ ਚੁੱਕੀ ਫਿਰਦਾ, ਕਿੰਨੀਆਂ ਕਦੇ ਭਰੋਸਾ ਚੁੱਕੀ ਫਿਰਦਾ, ਕਿੰਨਿਆਂ ਤੇ ਧਰਵਾਸ ਚੁੱਕੀ ਫਿਰਦਾ। ਪਰ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ, ਜਿੱਦਣ ਤੁਹਾਡੇ ਅਵਸਥਾ ਦੀ ਬਾਤ ਆਈ ਤੇ ਤੁਸੀਂ ਮਨ ਵਿੱਚ ਵੀ ਜੋ ਤੁਸੀਂ ਪੜ੍ਹਿਆ, ਮਨ ਵਿੱਚ ਵੀ ਉਹੀ ਧਾਰਿਆ, ਤੇ ਜੋ ਮਨ ਵਿੱਚ ਧਾਰਿਆ, ਜੋ ਪੜ੍ਹਿਆ, ਪਛਾਣਿਆ ਵੀ ਤੁਸੀਂ ਉਸੇ ਨੂੰ। ਹੋਰ ਕੁਛ ਨਾ ਤੁਸੀਂ ਪਛਾਣਿਆ, ਨਾ ਪੜ੍ਹਿਆ ਤੇ ਨਾ ਕਿਸੇ ਨੂੰ ਧਾਰਨ ਕੀਤਾ। ਕਿੱਡੀ ਅਦਭੁਤ ਜਿਹੀ ਬਾਤ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਧੰਨ ਗੁਰੂ ਅੰਗਦ ਸਾਹਿਬ ਦੇ ਦਰ ਤੇ ਆਉਣ ਤੋਂ ਪਹਿਲਾਂ ਮਨ ਵਿੱਚ ਵੀ ਬਹੁਤ ਕੁਝ ਹੈ। ਉਦੋਂ ਗੁਰੂ ਅਮਰਦਾਸ ਸਾਹਿਬ ਨੇ ਵੀ ਬੜੇ ਦਰ ਵੇਖੇ। ਆਪਾਂ ਇਹ ਨਹੀਂ ਕਹਿ ਸਕਦੇ ਕਿ ਸਤਿਗੁਰੂ ਅਮਰਦਾਸ ਨੇ ਨਹੀਂ ਸੀ ਵੇਖਿਆ। ਪਰ ਜਿੱਦਣ ਗੁਰੂ ਅੰਗਦ ਸਾਹਿਬ ਦੇ ਦਰ ਤੇ ਆਏ, ਉਦਣ ਪੜ੍ਹਿਆ ਕਿਹਨੂੰ? ਬਾਬੇ ਨਾਨਕ ਨੂੰ ਤੇ ਗੁਰੂ ਅੰਗਦ ਸਾਹਿਬ ਨੂੰ। ਸਿਰਫ ਆਹੀ ਪੜ੍ਹਿਆ। ਇਉਂ ਕਹਿ ਸਕਦੇ ਹਾਂ ਗੁਰੂ ਨਾਨਕ ਦੀ ਸੋਚ ਨੂੰ ਪੜ੍ਹਿਆ। ਜਿੱਦਣ ਗੁਰੂ ਅਮਰਦਾਸ ਨੇ ਗੁਰੂ ਨਾਨਕ ਦੀ ਸੋਚ ਨੂੰ ਪੜ੍ਹ ਲਿਆ, ਉਦਣ ਮਨ ਵਿੱਚ ਕੀ ਧਰਿਆ? ਗੁਰੂ ਨਾਨਕ। ਤੇ ਜਿੱਦਣ ਮਨ ਵਿੱਚ ਗੁਰੂ ਨਾਨਕ ਧਰ ਲਏ, ਗੁਰੂ ਨਾਨਕ ਸਾਹਿਬ ਜੀ ਤੇ ਭਰੋਸਾ ਰੱਖ ਲਿਆ, ਉਦਣ ਪਛਾਣਿਆ ਕਿਹਨੂੰ? ਗੁਰੂ ਨਾਨਕ ਨੂੰ। ਉਹਦੇ ਤੋਂ ਬਿਨਾਂ ਨਹੀਂ। ਤੇ ਅਸੀਂ ਆਖ ਸਕਦੇ ਹਾਂ ਜਿੱਦਾਂ ਦੇ ਸਾਡੇ ਹਾਲਾਤ, ਅੱਜ ਅਸੀਂ ਨਾਮ ਦੇ ਤੇ ਸਿੱਖ ਹਾਂ। ਸ਼ਾਇਦ ਨਾ ਅਸੀਂ ਗੁਰੂ ਨਾਨਕ ਨੂੰ ਪੜ੍ਹ ਸਕੇ, ਨਾ ਹੀ ਗੁਰੂ ਨਾਨਕ ਨੂੰ ਮਨ ਵਿੱਚ ਅਸੀਂ ਰੱਖ ਸਕੇ। ਪਛਾਨਣਾ ਤੇ ਬੜੀ ਦੂਰ ਦੀ ਗੱਲ ਹੈ। ਨਾਮ ਕਰਕੇ ਅਸੀਂ ਗੁਰੂ ਨਾਨਕ ਦੇ ਪੈਰੋਕਾਰ, ਗੁਰੂ ਨਾਨਕ ਦੇ ਸਿੱਖ ਹਾਂ, ਗੁਰੂ ਨਾਨਕ ਦੇ ਸੇਵਕ ਹਾਂ। ਪਰ ਸ਼ਾਇਦ ਨਾ ਗੁਰੂ ਨਾਨਕ ਦੀ ਵਿਚਾਰਧਾਰਾ ਸਾਨੂੰ ਪੜ੍ਹਨੀ ਆਈ, ਅਸੀਂ ਪੜ੍ਹ ਨਹੀਂ ਸਕੇ ਗੁਰੂ ਨਾਨਕ ਦੀ ਵਿਚਾਰਧਾਰਾ, ਤੇ ਨਾ ਹੀ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਅਸੀਂ ਮਨ ਵਿੱਚ ਧਾਰਨ ਕਰ ਸਕੇ। ਜੇ ਮਨ ਵਿੱਚ ਧਾਰਨ ਨਹੀਂ ਕਰ ਸਕੇ, ਪੜ੍ਹ ਨਹੀਂ ਸਕੇ, ਪਛਾਨਣਾ ਤੇ ਬੜੀ ਦੂਰ ਦੀ ਗੱਲ ਹੈ ਨਾ। ਗੁਰੂ ਨਾਨਕ ਦੀ ਪਛਾਣ ਕਿੱਥੋਂ ਕਰਾਂਗੇ ਅਸੀਂ?
ਪਰ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਤੁਸੀਂ ਪੜ੍ਹਿਆ ਵੀ ਇੱਕ ਨੂੰ, ਮਨ ਵਿੱਚ ਧਰਿਆ ਵੀ ਇੱਕ, ਤੇ ਇੱਕ ਨੂੰ ਹੀ ਤੁਸੀਂ ਆਪਣੇ ਜੀਵਨ ਅੰਦਰ ਪਹਿਚਾਣਿਆ ਹੈ। ਨੈਣ ਬੈਣ ਮੋਹਿ ਇੱਕ ਇੱਕ, ਦੋਹਾਂ ਠਾਏ ਨਾ ਜਾਣਿਓ। ਫਿਰ ਸਾਹਿਬ ਜੀ ਦੀ ਵਡਿਆਈ ਕਰਦੇ ਆ। ਭੱਟ ਜਲਪ ਕਹਿੰਦੇ ਨੈਣ ਬੈਣ ਮੋਹ ਇੱਕ, ਹਾਹੇ ਨੂੰ ਸਿਆਰੀ ਮੂੰਹ ਕਰਕੇ ਵੀ ਇੱਕ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਤੁਹਾਡੇ ਜੀਵਨ ਵੱਲ ਵੇਖਿਆ ਨਾ, ਹੁਣ ਸਮਾਜ ਦਾ ਨਾਲ ਮੈਂ ਪੱਖ ਰੱਖਦਾ ਚੱਲਾਂ, ਦੁਨੀਆ ਦੀਆਂ ਅੱਖਾਂ ਵਿੱਚ ਕੁਝ ਹੋਰ, ਜ਼ੁਬਾਨ ਤੇ ਕੁਝ ਹੋਰ, ਬਚਨਾਂ ਵਿੱਚ ਕੁਝ ਹੋਰ, ਤੇ ਮੂੰਹ ਤੇ ਕੁਝ ਹੋਰ ਹੈ। ਇਹਦੇ ਚ ਕੋਈ ਦੋ ਰਾਵਾਂ ਨਹੀਂ ਜੇ। ਦੁਨੀਆ ਦੀਆਂ ਅੱਖਾਂ ਕੁਝ ਹੋਰ ਕਹਿੰਦੀਆਂ ਨੇ, ਦੁਨੀਆ ਦੇ ਬੈਣ ਮਤਲਬ ਬਚਨ ਬੋਲ ਕੁਝ ਹੋਰ ਕਹਿੰਦੇ ਨੇ, ਤੇ ਮੂੰਹ ਕਰਕੇ ਜਦੋਂ ਵੇਖਾਂਗੇ ਤੇ ਉਦੋਂ ਦੁਨੀਆ ਕੁਝ ਹੋਰ ਹੈ, ਤੇ ਜਦੋਂ ਹਿਰਦੇ ਕਰਕੇ ਵੇਖਾਂਗੇ ਉਦੋਂ ਦੁਨੀਆ ਕੁਝ ਹੋਰ ਹੈ। ਸਤਿਗੁਰੂ ਅਮਰਦਾਸ ਜੀ ਜਦੋਂ ਤੁਹਾਡੇ ਵੱਲ ਵੇਖੀਏ, ਤੁਹਾਡੀ ਸ਼ਖਸੀਅਤ ਵੱਲ ਵੇਖੀਏ, ਨੈਣ ਇੱਕ, ਬੈਣ ਇੱਕ, ਮੂੰਹ ਕਰਕੇ ਉਹ ਵੀ ਇੱਕ ਹੀ। ਤੇ ਹੁਣ ਇੱਥੇ ਵੀ ਕਹਿ ਸਕਦੇ ਹਾਂ, ਅੱਖਾਂ ਵਿੱਚ ਵੀ ਗੁਰੂ ਅਮਰਦਾਸ ਸਾਹਿਬ ਤੁਹਾਡੇ ਗੁਰੂ ਨਾਨਕ ਪਾਤਸ਼ਾਹ, ਬਚਨਾਂ ਵਿੱਚ ਵੀ ਤੁਹਾਡੇ ਗੁਰੂ ਨਾਨਕ ਸਾਹਿਬ। ਜਦੋਂ ਮੁੱਖ ਦੀ ਬਾਤ ਆਈ ਤੇ ਧੰਨ ਗੁਰੂ ਅਮਰਦਾਸ ਜੀ, ਉਦੋਂ ਵੀ ਤੁਹਾਡੇ ਮੁੱਖ ਵਿੱਚ ਗੁਰੂ ਨਾਨਕ ਸਾਹਿਬ। ਤੇ ਜਦੋਂ ਹਿਰਦੇ ਦੀ ਬਾਤ ਆਈ, ਉਦੋਂ ਤੁਹਾਡੇ ਕੋਲ ਦੋ ਦਵੈਤ ਨਹੀਂ, ਦੁਬਦਾ ਨਹੀਂ, ਉਦੋਂ ਵੀ ਤੁਹਾਡੇ ਹਿਰਦੇ ਵਿੱਚ ਇੱਕ ਹੀ ਹੈ। ਤੁਸੀਂ ਉਦੋਂ ਵੀ ਦੋ ਠਾਏ ਨਾ ਜਾਣਿਓ। ਤੁਸੀਂ ਦੋ ਥਾਵਾਂ ਦੀ ਗੱਲ ਨਹੀਂ ਕੀਤੀ, ਇੱਕੋ ਦੀ ਗੱਲ ਕੀਤੀ ਹੈ। ਗੁਰੂ ਅਮਰਦਾਸ ਸਾਹਿਬ ਜੀ ਦਾ ਜੀਵਨ ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਬਾਣੀ, ਇਹ ਤੇ ਭੱਟ ਸਾਹਿਬਾਨ ਦੀ ਰਚਨਾ ਹੈ ਨਾ। ਕਿਤੇ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਪੜ੍ਹ ਕੇ ਵੇਖ ਲਓ। ਸਤਿਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਇਸ ਗੱਲ ਦੀ ਪ੍ਰੋੜਤਾ, ਤੇ ਮਲਕ ਪਾਤਸ਼ਾਹ ਦੀ ਬਾਣੀ ਇਸ ਗੱਲ ਦਾ ਸਬੂਤ ਦਿੰਦੀ ਹੈ ਕਿ ਧੰਨ ਗੁਰੂ ਅਮਰਦਾਸ ਨੇ ਜਦੋਂ ਬਾਤ ਕੀਤੀ ਤੇ ਇੱਕ ਦੀ ਕੀਤੀ, ਉਹਨਾਂ ਦੂਜੇ ਦੀ ਗੱਲ ਹੀ ਕੋਈ ਨਹੀਂ ਕੀਤੀ। ਸਗੋਂ ਤੇ ਇਹ ਗੱਲ ਕਹਿੰਦੇ ਨੇ ਕਿ ਉਹ ਮਨੁੱਖ ਜਿਨ੍ਹਾਂ ਨੇ ਆਪਣੇ ਜੀਵਨ ਅੰਦਰ ਕਦੇ ਗੁਰੂ ਧਾਰਨ ਵੀ ਨਹੀਂ ਨਾ ਕੀਤਾ, ਉਹਨਾਂ ਦਾ ਤੇ ਨਾਂ ਲੈਣਾ ਵੀ ਬੁਰਾ। ਉਹ ਗੁਰੂ ਅਮਰਦਾਸ ਸਾਹਿਬ ਜੀ ਦੀ ਵਿਚਾਰਧਾਰਾ ਹੈ। ਉਹ ਸਤਿਗੁਰੂ ਅਮਰਦਾਸ ਸਾਹਿਬ ਜੀ ਦੀ ਵਿਚਾਰਤਾ ਰਹੀ ਹੈ, ਜਿਹੜੀ ਕਹਿ ਰਹੀ ਹੈ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਂਖ ਵਖਾਣੀ। ਇਹ ਧੰਨ ਗੁਰੂ ਅਮਰਦਾਸ ਸਾਹਿਬ ਦੀ ਵਿਚਾਰਧਾਰਾ ਹੈ ਕਿ ਗੁਰੂ ਤੋਂ ਬਿਨਾ ਤੇ ਹੈ ਹੀ ਸਾਰਾ ਕੁਝ ਕੱਚਾ। ਤੇ ਹੁਣ ਗੁਰੂ ਨੂੰ ਜਦੋਂ ਮਾਣਿਆ, ਵੇਖਿਆ ਨਾ, ਗੁਰੂ ਨੂੰ, ਗੁਰੂ ਦੀ ਵਿਚਾਰਧਾਰਾ ਨੂੰ ਵੇਖਿਆ, ਗੁਰੂ ਦੇ ਗਿਆਨ ਨੂੰ ਵੇਖਿਆ, ਗੁਰੂ ਦੀ ਰਹਿਮਤ ਨੂੰ ਵੇਖਿਆ, ਸਾਰਾ ਕੁਝ ਵੇਖ ਕੇ ਪਤਾ ਲੱਗ ਗਿਆ ਵੀ ਦੁਨੀਆ ਤੇ ਅੱਜ ਤੱਕ ਕੱਚ ਪਹਿਲੀ ਕਰਦੀ ਆਈ ਹੈ। ਫਿਰ ਸਮਾਜ ਨੂੰ, ਸੰਸਾਰ ਨੂੰ ਸਿੱਧੇ ਰਸਤੇ ਪਾਉਂਦਿਆਂ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ, ਉਹ ਦੁਨੀਆ ਦੇ ਲੋਕੋ, ਇੱਕ ਸਿਰਫ ਤੇ ਸਿਰਫ ਗੁਰੂ ਹੀ ਸੱਚਾ ਜੇ, ਗੁਰੂ ਦੀ ਬਾਣੀ ਸੱਚੀ ਜੇ। ਗੁਰੂ ਤੋਂ ਬਿਨਾ ਚਾਹੇ ਜੋ ਮਰਜ਼ੀ ਕੋਈ ਆਖਣ ਵਾਲਾ ਹੋਵੇ, ਵਿਖਾਣ ਵਾਲਾ ਹੋਵੇ, ਵਿਖਿਆਨ ਕਰਨ ਵਾਲਾ ਹੋਵੇ, ਸਾਰਾ ਕੁਝ ਹੀ ਕੱਚਾ ਜੇ। ਸੱਚ ਸਿਰਫ ਇੱਕੋ ਹੀ ਹੈ, ਉਹ ਜੇ ਕੇਵਲ ਤੇ ਕੇਵਲ ਗੁਰੂ ਸਾਹਿਬ ਦੀ ਬਾਣੀ, ਸਤਿਗੁਰੂ ਦੀ ਰਚਨਾ। ਤੇ ਭੱਟ ਜੀ ਕਹਿੰਦੇ ਨੈਣ ਬੈਣ ਮੋਹ ਇੱਕ ਇੱਕ, ਦੋਹ ਠਾਏ ਨਾ ਜਾਣਿਓ। ਤੁਸੀਂ ਦਵੈਤ ਨੂੰ ਵੀ ਆਪਣੇ ਦਿਲ ਵਿੱਚ ਨਹੀਂ ਪਛਾਣਿਆ। ਉਪਨ ਇੱਕ ਪਰਥਕ ਇੱਕ, ਇੱਕ ਸਮਹਿ ਲੀਨੋ, ਤੀਸ ਇੱਕ ਅਰ ਪੰਜ ਸਿੱਧ, 35 ਨਾ ਖੀਣੋ। ਫਿਰ ਕਹਿੰਦੇ ਸਤਿਗੁਰੂ ਅਮਰਦਾਸ ਸਾਹਿਬ ਜੀ, ਜਦੋਂ ਤੁਹਾਡੇ ਸੁਪਨੇ ਦੀ ਗੱਲ ਕਰੀਏ, ਦੁਨੀਆ ਦੇ ਸੁਪਨੇ ਕੁਝ ਹੋਰ, ਪ੍ਰਤੱਖ ਕੁਝ ਹੋਰ ਹੈ। ਪਰ ਧੰਨ ਗੁਰੂ ਅਮਰਦਾਸ ਜੀ, ਤੁਹਾਡਾ ਸੁਪਨੇ ਵਿੱਚ ਵੀ ਇੱਕ ਤੇ ਤੁਹਾਡੇ ਪ੍ਰਤੱਖ ਵਿੱਚ ਵੀ ਇੱਕ। ਇੱਕ ਤੋਂ ਬਿਨਾ ਹੈ ਹੀ ਕੁਛ ਨਹੀਂ। ਤੁਹਾਡੇ ਜੀਵਨ ਵਿੱਚ ਇੱਕ ਹੀ ਹੈ, ਸੁਪਨੇ ਵਿੱਚ ਵੀ ਇੱਕ ਤੇ ਪ੍ਰਤੱਖ ਵੀ ਇੱਕ। ਸੁਪਨ ਇੱਕ, ਪ੍ਰਤੱਖ ਇੱਕ, ਇੱਕ ਸਮਹਿ ਲੀਣੋ। ਤੇ ਤੁਸੀਂ ਲੀਨਤਾ ਵੀ ਇੱਕੋ ਵਿੱਚ ਹੀ ਹਾਸਲ ਕੀਤੀ ਹੈ। ਇਹ ਨਹੀਂ ਵੀ ਦੁਨੀਆ ਵਾਂਗੂ ਸੁਪਨਾ ਕੁਝ ਹੋਰ ਵੇਖਿਆ, ਪ੍ਰਤੱਖ ਹਕੀਕਤ ਕੁਝ ਹੋਰ ਹੈ। ਸਤਿਗੁਰੂ ਅਮਰਦਾਸ ਜੀ, ਜੋ ਤੁਹਾਡਾ ਸੁਪਨਾ ਹਕੀਕਤ ਵੀ ਤੁਹਾਡੀ ਹੋ,
ਜਾਂ ਇਉਂ ਕਹਿ ਲਓ ਜੋ ਤੁਹਾਡੀ ਹਕੀਕਤ ਹੈ ਉਹੀ ਤੁਹਾਡਾ ਸੁਪਨਾ ਵੀ ਹੈ। ਤੇ ਜਿੱਥੇ ਹਕੀਕਤ ਤੇ ਸੁਪਨੇ ਦੀ ਬਾਤ ਹੈ, ਸਤਿਗੁਰੂ ਅਮਰਦਾਸ ਦੀ ਤੁਸੀਂ ਲੀਨਤਾ ਵੀ ਇੱਕ ਵਿੱਚ ਹਾਸਲ ਕੀਤੀ। 30 ਇੱਕ ਅਰ 5 ਸਿੱਧ 35 ਨਾ ਖੀਣੋ। ਹੁਣ ਇਹਦੇ ਅਰਥ ਦੋ ਤਰੀਕਿਆਂ ਨਾਲ ਕੀਤੇ ਵਿਦਵਾਨਾਂ ਨੇ। ਕਈਆਂ ਨੇ ਤੇ ਇਹਦੀ ਗੱਲ ਜਿਹੜੀ ਬਾਤ ਹੈ ਉਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਏਜ ਨੂੰ ਲੈ ਕੇ, ਉਮਰ ਨੂੰ ਲੈ ਕੇ ਕੀਤੀ ਵੀ ਜਿੱਦਣ ਗੁਰੂ ਅਮਰਦਾਸ ਸਾਹਿਬ ਜੀ ਦੀ ਉਮਰ 81 ਵਰ੍ਹਿਆਂ ਦੀ ਸੀ, ਉਦੋਂ ਵੀ ਅਕਾਲ ਪੁਰਖ ਪਰਮੇਸ਼ਵਰ ਦੀ ਬਖਸ਼ਿਸ਼ ਹਾਸਲ ਕਰਦੇ ਆ, ਉਹਨਾਂ ਦੀ ਰਹਿਮਤ ਹਾਸਲ ਕਰਦੇ ਆ, ਉਹਨਾਂ ਦੀ ਬਖਸ਼ਿਸ਼ ਪ੍ਰਾਪਤ ਕਰਦੇ ਆ, ਉਹਨਾਂ ਦੀ ਰਹਿਮਤ ਨੂੰ ਹਾਸਲ ਕੀਤਾ। ਉਮਰ ਵਡੇਰੀ ਹੋਣ ਕਰਕੇ ਵੀ ਉਹਨਾਂ ਨੇ ਕਮਜ਼ੋਰੀ ਜਿਹੜੀ ਮਹਿਸੂਸ ਨਾ ਕੀਤੀ। ਆਪਣੇ ਜੀਵਨ ਦਾ ਜਿਹੜਾ ਬਲ ਸੀ ਉਹਦੇ ਕੋਲ ਉਹਨਾਂ ਨੇ ਮਤਲਬ ਉਹਨੂੰ ਕਮਜ਼ੋਰ ਨਹੀਂ ਹੋਣ ਦਿੱਤਾ। ਕਮਜ਼ੋਰੀ ਤੋਂ ਬਿਨਾਂ ਉਸ ਉਮਰ ਵਿੱਚ ਵੀ ਉਹ ਅਕਾਲ ਪੁਰਖ ਦੀ ਸ਼ੋਭਾ ਨੂੰ ਗਾਉਂਦੇ, ਅਕਾਲ ਪੁਰਖ ਦੀ ਵਡਿਆਈ ਇੱਕ ਦੀ ਸ਼ੋਭਾ ਨੂੰ ਗਾਇਨ ਕਰਦੇ, ਉਹਨੂੰ ਮਹਿਸੂਸ ਕਰਦੇ ਨੇ। ਤੇ ਦੂਜਾ ਪੱਖ ਇਹ ਵੀ ਫਾਰਸੀ ਦੇ 30 ਅੱਖਰ ਤੇ ਗੁਰਮੁਖੀ ਦੇ ਜਿਹੜੇ 35 ਅੱਖਰ ਨੇ, ਇਹ ਸਾਰੇ ਦੇ ਸਾਰੇ ਉਤੋਂ ਬਾਅਦ ਚ 5 ਅੰਗ ਜਿਹੜੇ ਅਸਲ ਦੇ ਵਿੱਚ ਗਾਉਣ ਦੇ ਸਮਝੇ ਜਾਂਦੇ ਨੇ, ਜਿਨ੍ਹਾਂ ਵਿੱਚ ਗਾਇਨ ਆਉਂਦਾ, ਵਜਾਉਣਾ ਆਉਂਦਾ, ਲੈ ਆਉਂਦੀ, ਤਾਲ ਆਉਂਦੀ, ਨ੍ਰਿਤ ਆਉਂਦਾ, ਇਹ ਸਾਰਾ ਅੰਗ ਮੰਨਿਆ ਜਾਂਦਾ। ਸੰਗੀਤ ਦੇ 5 ਅੰਗ ਨੇ ਜਿਨ੍ਹਾਂ ਵਿੱਚ ਗਾਉਣਾ, ਵਜਾਉਣਾ, ਫਿਰ ਲੈ, ਫਿਰ ਤਾਲ ਤੇ ਫਿਰ ਨ੍ਰਿਤ ਕਰਨਾ, ਇਹ ਸੰਗੀਤ ਦੇ 5 ਅੰਗ। ਹੇ ਸਤਿਗੁਰੂ ਪਾਤਸ਼ਾਹ, ਜਦੋਂ ਸੰਗੀਤ ਦੀ ਬਾਤ ਆਈ, ਤੁਹਾਡੇ ਸੰਗੀਤ ਵਿੱਚ ਵੀ ਇੱਕ ਦੀ ਬਾਤ। ਜੇ ਫਾਰਸੀ ਦੇ 30 ਅੱਖਰਾਂ ਦੀ ਬਾਤ ਆਈ ਤੇ ਸਤਿਗੁਰੂ ਉਹਨਾਂ ਵਿੱਚ ਵੀ ਇੱਕ। ਤੇ ਮਾਲਕ ਪਾਤਸ਼ਾਹ ਜੇ ਗੁਰਮੁਖੀ ਦੇ 35 ਅੱਖਰਾਂ ਦੀ ਬਾਤ ਆਈ ਨਾ, ਤੇ ਉਹਨਾਂ ਵਿੱਚ ਵੀ ਤੁਹਾਡੇ ਕੋਲੋਂ ਸਾਨੂੰ ਇੱਕ ਹੀ ਮਿਲੇ ਹਨ। ਇਕੋ ਜੇ ਲੱਖ ਲਖੋ ਅਲਖ ਹੈ, ਇੱਕ ਇੱਕ ਕਰ ਵਰਨਿਓ। ਗੁਰ ਅਮਰਦਾਸ ਜਲਪ ਪੜੈ, ਤੂੰ ਇੱਕ ਲੋੜੈ ਇੱਕ ਮੰਨਿਓ। ਫਿਰ ਅਖੀਰ ਵਿੱਚ ਆ ਕੇ ਕਹਿੰਦੇ ਜਿਹੜਾ ਇੱਕੋ ਜੇ ਲਾਖ, ਜਿਹੜਾ ਇੱਕ ਤੋਂ ਲੱਖ ਰੂਪਾਂ ਵਿੱਚ ਹੈ, ਮਤਲਬ ਇੱਕ ਤੋਂ ਅਨੇਕਾਂ ਰੂਪ ਵਿੱਚ ਹੈ। ਲੱਖੋਂ ਅਲਖ ਹੈ ਉਹ ਲੱਖਾਂ ਵਿੱਚ, ਪਰ ਹੈ ਅਲਖ ਤੋਂ ਅਲਖ ਹੈ, ਉਹ ਲਖਣ ਤੋਂ ਰਹਿਤ ਹੈ, ਲਖਿਆ ਉਹਨੂੰ ਜਾ ਕੋਈ ਨਹੀਂ ਸਕਦਾ। ਇੱਕ ਇੱਕ ਕਰ ਵਰਨਿਓ। ਤੇ ਗੁਰੂ ਅਮਰਦਾਸ ਸਾਹਿਬ ਜੀ ਤੁਸੀਂ ਇੱਕ ਕਰਕੇ ਉਹਨੂੰ ਵਰਨਿਆ, ਇੱਕ ਦੀ ਬਾਤ ਕੀਤੀ ਤੁਸੀਂ। ਹੈ ਉਹ ਇੱਕ ਤੋਂ ਲੱਖਾਂ ਵਿੱਚ, ਪਰ ਲੱਖਾਂ ਵਿੱਚ ਹੁੰਦਾ ਹੋਇਆ ਵੀ ਉਹ ਇੱਕ ਹੈ। ਉਹ ਏਕਤਾ ਵਿੱਚ ਅਨੇਕਤਾ ਦਾ ਪ੍ਰਤੀਕ ਤੇ ਅਨੇਕਤਾ ਵਿੱਚ ਉਹ ਏਕਤਾ ਦਾ ਪ੍ਰਤੀਕ ਹੈ। ਦੋਵੇਂ ਪੱਖ, ਰੱਬ ਨਾਲੇ ਇੱਕ ਹੈ, ਅਨੇਕਾਂ ਵਿੱਚ ਬੈਠਾ ਹੈ, ਅਨੇਕਾਂ ਵਿੱਚ ਬੈਠਾ ਵੀ ਉਹ ਇੱਕ ਹੈ। ਤੇ ਗੁਰੂ ਅਮਰਦਾਸ ਸਾਹਿਬ ਜੀ ਉਹ ਜਿਹੜਾ ਲੱਖਾਂ ਵਿੱਚ ਬੈਠਾ ਨਾ, ਉਹ ਲਖਣ ਤੋਂ ਰਹਿਤ ਹੈ, ਤੇ ਤੁਸੀਂ ਉਹਨੂੰ ਇੱਕ ਕਰਕੇ ਹੀ ਵਰਨਿਆ, ਇੱਕ ਕਰਕੇ ਹੀ ਤੁਸੀਂ ਉਹਨੂੰ ਬਿਆਨ ਕੀਤਾ। ਗੁਰ ਅਮਰਦਾਸ ਜਲਪ ਭਣੈ। ਤੇ ਭੱਟ ਜਲਪ ਜੀ ਕਹਿੰਦੇ ਕਿ ਮੈਂ ਆਖ ਰਿਹਾ ਗੁਰੂ ਅਮਰਦਾਸ ਤੂੰ ਇੱਕ ਲੋੜੈ ਇੱਕ ਮੰਨਿਓ। ਤੁਸੀਂ ਆਪਣੇ ਜੀਵਨ ਅੰਦਰ ਇੱਕ ਨੂੰ ਹੀ ਲੋੜਿਆ ਤੇ ਇੱਕ ਨੂੰ ਹੀ ਮੰਨਿਆ ਹੈ। ਉਹਦੇ ਤੋਂ ਬਿਨਾਂ ਨਾ ਦੂਜੇ ਨੂੰ ਲੋੜਿਆ ਤੇ ਨਾ ਹੀ ਦੂਜੇ ਨੂੰ ਤੁਸੀਂ ਮੰਨਿਆ ਹੈ। ਜਿਸ ਦਿਨ ਗੁਰੂ ਸਾਹਿਬ ਦੇ ਦਰ ਤੇ ਆ ਗਏ ਨਾ, ਉਦੋਂ ਬਾਅਦ ਚੋਂ ਗੁਰੂ ਅਮਰਦਾਸ ਨੇ ਕਦੇ ਇਹ ਨਹੀਂ ਸੀ ਆਖਿਆ ਵੀ ਮੈਨੂੰ ਕਿਸੇ ਹੋਰ ਥਾਂ ਦੀ ਲੋੜ ਹੈ। ਸਗੋਂ ਜੇ ਕੋਈ ਇਹ ਕਹਿੰਦਾ ਸੀ ਨਾ ਤੂੰ ਹੋਣਾ ਅਮਰੂ ਨਥਾਵਾਂ, ਤੇ ਉਹਨੂੰ ਵੀ ਕਹਿੰਦੇ ਕਮਲੀਏ ਹੁਣ ਮੈਂ ਨਥਾਵਾਂ ਨਹੀਂ ਰਿਹਾ, ਹੁਣ ਮੈਂ ਥਾਂ ਵਾਲਾ ਬਣ ਗਿਆ, ਕਿਉਂਕਿ ਗੁਰੂ ਅੰਗਦ ਸਾਹਿਬ ਨੇ ਮੈਨੂੰ ਆਪਣੇ ਦਰ ਤੇ ਰੱਖ ਲਿਆ। ਇੱਕ ਲੋੜ ਹੈ ਇੱਕ ਮੰਨਿਆ। ਉਹਨਾਂ ਨੇ ਇੱਕ ਨੂੰ ਹੀ ਲੋੜਿਆ, ਇੱਕ ਨੂੰ ਹੀ ਮੰਨਿਆ। ਜੋ ਅੱਜ ਦੇ ਬਚਨਾਂ ਰਾਹੀਂ ਭੱਟ ਜਲਪ ਜੀ ਸਿੱਖਿਆ ਦੇ ਰਹੇ ਵੀ ਉਹਨਾਂ ਦੇ ਜੀਵਨ ਵਿੱਚ ਕੋਈ ਦੁੱਖ ਤਕਲੀਫ ਨਹੀਂ। ਜਿਨ੍ਹਾਂ ਨੇ ਗੁਰੂ ਅਮਰਦਾਸ ਸਾਹਿਬ ਦੀ ਪ੍ਰਸੰਨਤਾ ਹਾਸਲ ਕਰ ਲਈ, ਤੇ ਗੁਰੂ ਅਮਰਦਾਸ ਸਾਹਿਬ ਨੇ ਆਪਣੇ ਜੀਵਨ ਦੇ ਅੰਦਰ ਇੱਕ ਨੂੰ ਹੀ ਧਾਰਿਆ, ਇੱਕ ਨੂੰ ਹੀ ਮੰਨਿਆ, ਇੱਕ ਨੂੰ ਹੀ ਲੋੜਿਆ, ਇੱਕ ਨੂੰ ਹੀ ਗਾਵਿਆ, ਇੱਕ ਨੂੰ ਹੀ ਪੜ੍ਹਿਆ, ਇੱਕ ਨੂੰ ਹੀ ਵਿਚਾਰਿਆ। ਸੁਪਨਾ ਵੀ ਇੱਕ ਦਾ ਵੇਖਿਆ ਤੇ ਪ੍ਰਤੱਖ ਵੀ ਇੱਕ ਨੂੰ ਹੀ ਵੇਖਿਆ, ਤੇ ਇੱਕ ਨੂੰ ਹੀ ਆਪਣੇ ਜੀਵਨ ਦੇ ਅੰਦਰ ਆਪਣੀ ਜ਼ਿੰਦਗੀ ਵਿੱਚ ਇੱਕ ਨਾਲ ਹੀ ਲੀਨਤਾ ਉਹਨਾਂ ਹਾਸਲ ਕੀਤੀ। ਇਸ ਤਰੀਕੇ ਭੱਟ ਜਲਪ ਜੀ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ੋਭਾ ਵਡਿਆਈ ਕਰਦੇ ਨੇ। ਤੇ ਗੁਰੂ ਸਾਹਿਬ ਰਹਿਮਤ ਕਰਨ ਕਿਤੇ
ਅਸੀਂ ਵੀ ਸਤਿਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਇਹ ਗੱਲਾਂ, ਕਿਉਂਕਿ ਗੁਰੂ ਪਾਤਸ਼ਾਹ ਦੀ ਪ੍ਰਾਪਤੀ ਹਾਸਲ ਤਾਂ ਚੰਗੇ ਕਰਮਾਂ ਵਾਲੇ ਆ ਕਿ ਸਾਨੂੰ ਸਤਿਗੁਰਾਂ ਦਾ ਇੱਕ ਬੜਾ ਵੱਡਾ ਖਜ਼ਾਨਾ ਗੁਰਬਾਣੀ ਰੂਪ ਵਿੱਚ ਮਿਲਿਆ। ਕਿਤੇ ਇਹਨੂੰ ਪੜ੍ਹਦੇ ਹਾਂ, ਵਿਚਾਰਦੇ ਹਾਂ, ਅਸੀਂ ਇਸ ਗੱਲ ਨੂੰ ਸਮਝ ਸਕੀਏ। ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ। ਭੂਲੇ ਮਾਰਗ ਜਿਨਹਿ ਬਤਾਇਆ, ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ। ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ ਐਸਾ ਗੁਰਵਡ ਭਾਗੀ ਪਾਇਆ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀ ਝੋਲੀ ਵਿੱਚ ਆਪਣੇ ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਪਾਉਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਅੱਜ ਦੇ ਪਾਵਨ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ। ਇੱਕੋ ਜੇ ਲੱਖ ਲਖੋ ਅਲਖ ਹੈ, ਇਕ ਇਕ ਕਰ ਵਰਨਿਓ। ਗੁਰ ਅਮਰਦਾਸ ਜਲਪ ਪੜੈ, ਤੂੰ ਇਕ ਲੋੜ ਹੈ ਇਕ ਮੰਨਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।